ਦੋਸਤੋ, ਅੱਜ ਦੇਸ਼ ਵਿਦੇਸ਼ ਦੇ ਵਿੱਚ ਕਿਸਾਨ ਅੰਦੋਲਨ ਦੀ ਗੱਲ ਚੱਲ ਰਹੀ ਹੈ ਔਰ ਜਿਹੜੇ ਕਾਨੂੰਨ ਜਿਹੜੇ ਕੇਂਦਰ ਸਰਕਾਰ ਵੱਲੋਂ ਪਾਰਿਤ ਕੀਤੇ ਗਏ ਨੇ ਉਹਨਾਂ 'ਤੇ ਚਰਚਾ ਹੁੰਦੀ ਹੈ। ਕਿਸਾਨ ਬਜ਼ਿੱਦ ਨੇ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ, ਟੋਟਲੀ ਰਿਪੀਲ ਕੀਤਾ ਜਾਵੇ, ਜਦ ਕਿ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਤੁਸੀਂ ਦੱਸੋ ਕਿਹੜੀਆਂ ਸੋਧਾਂ ਕਰਨੀਆਂ, ਉਹ ਸੋਧਾਂ ਅਸੀਂ ਕਰ ਦੇਵਾਂਗੇ। ਲੇਕਿਨ ਅੱਜ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ ਉਹ ਇਹ ਹੈ ਕਿ ਇਹਨਾਂ ਕਾਨੂੰਨਾਂ ਤੋਂ ਇਲਾਵਾ ਵੀ ਐਸੇ ਕਈ ਮਸਲੇ ਤੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਮੈਂ ਸਮਝਦਾ ਕਿ ਬਾਜ਼ ਵਕਤ ਸਾਡਾ ਧਿਆਨ ਨਹੀਂ ਜਾਂਦਾ ਕਿ ਕਿਸ ਤਰ੍ਹਾਂ ਜਿਹੜਾ ਕਿਸਾਨ ਹੈ, ਜਿਹੜਾ ਛੋਟਾ ਜ਼ਿਮੀਂਦਾਰ ਹੈ, ਉਹ ਕਿਸ ਤਰ੍ਹਾਂ ਸਿਸਟਮ ਦੇ ਵਿੱਚ ਪਿਸਰਿਆ ਹੈ ਔਰ ਕਿਸ ਤਰ੍ਹਾਂ ਡਾਇਰੈਕਟ ਤੇ ਇਨਡਾਇਰੈਕਟ ਤਰੀਕੇ, ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਉਹਨੂੰ ਟੈਕਸੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ। ਪਹਿਲਾਂ ਤਾਂ ਇਹ ਦੇਖੋ ਕਿ ਰਾਜੇ ਮਹਾਰਾਜਿਆਂ ਦੇ ਵੇਲੇ ਤੋਂ ਅਗਰ ਗੱਲ ਲਈਏ, ਆਪਾਂ ਸ਼ੇਰ ਸ਼ਾਹ ਸੂਰੀ ਦੀ ਗੱਲ ਕਰਦੇ ਹਾਂ ਕਿ ਲੈਂਡ ਰੈਵਨਿਊ ਸਿਸਟਮ ਬਣਾਇਆ ਉਹਨੇ, ਅਕਬਰ ਦੀ ਗੱਲ ਕਰ ਲਓ, ਟੋਡਰਮਲ, ਸ਼ਾਹਜਹਾਨ, ਇਹ ਸਾਰੇ ਜਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਸੁਲਤਾਨ ਹੋਏ ਨੇ, ਇਹਨਾਂ ਨੇ ਕਿਸਾਨਾਂ ਦੇ ਉੱਪਰ ਲੈਂਡ ਰੈਵਨਿਊ ਲਾ ਕੇ ਰਾਜ ਕੀਤਾ। ਅੱਜ ਜਿਹੜੀਆਂ ਇਹ ਆਲੀਸ਼ਾਨ ਇਮਾਰਤਾਂ ਤੁਸੀਂ ਦੇਖ ਰਹੇ ਹੋ ਕਿ ਜੀ ਇਹ ਲਾਲ ਕਿਲ੍ਹਾ ਹੈ, ਇਹ ਕੁਤਬ ਮੀਨਾਰ ਹੈ, ਇਹ ਤਾਜ ਮਹਿਲ ਹੈ ਆਗਰੇ ਵਾਲਾ, ਇਹ ਕਿਸੇ ਲੁੱਟ ਮਾਰ ਨਾਲ ਨਹੀਂ, ਕਿਤੇ ਬਾਹਰੋਂ ਪੈਸਾ ਲਿਆ ਕੇ ਨਹੀਂ ਉਸ ਵੇਲੇ ਦੇ ਹੁਕਮਰਾਨਾਂ ਨੇ ਇਹਨਾਂ ਨੂੰ ਬਣਾਇਆ। ਇਹ ਉਸ ਵੇਲੇ ਦੇ ਜਿਹੜੇ ਕਿਸਾਨਾਂ ਦੀ ਮਿਹਨਤ ਤੇ ਮੁਸ਼ੱਕਤ ਦੀ ਕਮਾਈ ਹੈ, ਉਸ ਦੇ ਉੱਪਰ ਟੈਕਸ ਕਹਿ ਲਓ, ਕਰ ਕਹਿ ਲਓ, ਲੈਂਡ ਰੈਵਨਿਊ ਕਹਿ ਲਓ, ਨਜ਼ਰਾਨਾ ਕਹਿ ਲਓ, ਕੋਈ ਵੀ ਨਾਂ ਦੇ ਦਿਓ, ਉਹਨਾਂ ਦੇ ਨਾਲ ਇਹ ਇਮਾਰਤਾਂ ਬਣੀਆਂ ਨੇ। ਔਰ ਅੰਗਰੇਜ਼ ਨੇ ਜਿਹੜਾ ਰਾਜ ਭਾਗ ਉਹਨਾਂ ਦਾ ਪਹਿਲਾਂ ਵੀ ਆ ਗਿਆ ਸੀ, ਲੇਕਿਨ 1857 ਦੇ ਗਦਰ ਤੋਂ ਬਾਅਦ ਤਾਂ ਸਿੱਧੇ ਤੌਰ 'ਤੇ ਹੀ ਜਿਹੜੀ ਬਰਤਾਨੀ ਦੇ ਮਲਕਾਂ ਦੇ ਥੱਲੇ ਆ ਗਿਆ। ਉਹਨਾਂ ਨੇ ਕਿਸਾਨਾਂ ਤੋਂ ਜਿਹੜਾ ਲੈਂਡ ਰੈਵਨਿਊ ਹੈ ਉਹ ਬੜੇ ਸਿਸਟਮੈਟਿਕ ਢੰਗ ਦੇ ਨਾਲ ਉਗਰਾਉਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਤੁਸੀਂ ਦੇਖੋ ਕਿ ਲੈਂਡ ਰੈਵਨਿਊ ਐਕਟ ਆਇਆ ਸੀ, ਪੰਜਾਬ ਦੀ ਗੱਲ ਕਰਦੇ ਹਾਂ 1887 ਦੀ ਪੰਜਾਬ ਲੈਂਡ ਰੈਵਨਿਊ ਐਕਟ ਦੀ ਅਸੀਂ ਗੱਲ ਕਰਦੇ ਹਾਂ। ਉਸ ਦੇ ਵਿੱਚ ਮੇਨ ਮਕਸਦ ਇਹ ਨਹੀਂ ਸੀ ਕਿ ਤੁਸੀਂ ਲੈਂਡ ਰਿਕਾਰਡ ਬਣਾਏ ਜਾਣ। ਲੈਂਡ ਰਿਕਾਰਡ ਬਣਾਏ ਜਾਣ ਦਾ ਮਕਸਦ ਇਹ ਸੀ ਕਿ ਕਿੰਨਾ ਮਾਮਲਾ, ਕਿੰਨਾ ਲੈਂਡ ਰੈਵਨਿਊ ਕਿਸ ਤੋਂ ਲੈਣਾ ਅਤੇ ਕਿਸ ਮਕਦਾਰ ਦੇ ਵਿੱਚ ਲੈਣਾ। ਸੋ ਇਹ ਜਿਹੜੀਆਂ ਗੱਲਾਂ ਚੱਲੀਆਂ ਅੰਗਰੇਜ਼ ਦੇ ਰਾਜ ਦੇ ਵਿੱਚ ਵੀ, ਆਪਾਂ ਕਹਿੰਦੇ ਕਿ ਰੇਲਵੇ ਸਿਸਟਮ ਬਣਿਆ, ਉਹਨਾਂ ਨੇ ਉਹ ਕੀਤਾ, ਉਹਨਾਂ ਨੇ ਹਿੰਦੁਸਤਾਨ ਦੇ ਇਨਫਰਾਸਟਰਕਚਰ ਨੂੰ ਬਣਾਇਆ। ਉਹ ਕਿਤੋਂ ਬਾਹਰੋਂ ਮੈਨਚੈਸਟਰ ਦੇ ਮਿੱਲਾਂ ਨੂੰ ਉਹਨਾਂ ਨੇ ਟੈਕਸ ਲਾ ਕੇ ਨਹੀਂ ਕੀਤਾ। ਇਹ ਹਿੰਦੁਸਤਾਨ, ਬ੍ਰਿਟਿਸ਼ ਇੰਡੀਆ ਜਿਹੜਾ ਸੀ, ਜਿਸ ਦੇ ਵਿੱਚ ਬੰਗਲਾਦੇਸ਼, ਪਾਕਿਸਤਾਨ ਉਸ ਦੇ ਵਿੱਚ ਸ਼ਾਮਿਲ ਸੀ, ਅੱਜ ਵਾਲੇ ਜਿਹੜੇ ਦੇਸ਼ ਨੇ, ਉਹਨਾਂ ਦੇ ਜ਼ਿਮੀਂਦਾਰਾਂ ਨੂੰ ਉਹਨਾਂ ਨੇ ਟੈਕਸ ਕਰਕੇ ਲਾਇਆ। ਬੇਸ਼ੱਕ 1960 ਦੇ ਵਿੱਚ, ਮਾਫ਼ ਕਰਨਾ, ਬੇਸ਼ੱਕ 1860 ਦੇ ਵਿੱਚ ਇਨਕਮ ਟੈਕਸ ਐਕਟ ਵੀ ਆਇਆ, ਬਾਅਦ ਦੇ ਵਿੱਚ ਵਰਲਡ ਵਾਰ 1 ਤੋਂ ਬਾਅਦ 1918 ਵਾਲਾ ਐਕਟ, 1922 ਵਾਲਾ। ਲੇਕਿਨ ਮੇਰਾ ਮੰਨਣਾ ਇਹ ਹੈ ਕਿ ਨੌਨ ਐਗਰੀਕਲਚਰਲ ਇਨਕਮ ਤੋਂ ਜਿਹੜਾ ਇਨਕਮ ਟੈਕਸ ਅੰਗਰੇਜ਼ਾਂ ਨੇ ਉਗਰਾਹਿਆ ਉਹ ਬਹੁਤ ਘੱਟ ਸੀ। ਔਰ ਇਹ ਸਾਰੀ ਦੀ ਸਾਰੀ ਜਿਹੜੀ ਤਾਮੀਰ ਹੈ, ਇਹ ਪਾਰਲੀਮੈਂਟ ਹਾਊਸ, ਇਹ ਜਿਹਨੂੰ ਅੱਜ ਰਾਸ਼ਟਰਪਤੀ ਭਵਨ ਕਹਿੰਦੇ, ਵਾਇਸਰੀਗਲ ਲੌਜ ਕਹਿੰਦੇ ਸੀਗੇ, ਇਹ ਇੰਡੀਆ ਗੇਟ, ਇਹ ਕਿਸਾਨਾਂ ਦੀ ਮਿਹਨਤ ਤੇ ਮੁਸ਼ੱਕਤ ਦੀ ਕਮਾਈ ਨਾਲ ਬਣਾਈ ਹੋਈਆਂ ਇਮਾਰਤਾਂ ਨੇ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਇਹ ਨਹੀਂ ਸਾਨੂੰ ਕਹਿਣਾ ਚਾਹੀਦਾ ਕਿ ਹਿੰਦੁਸਤਾਨ ਦੀ ਹੈਰੀਟੇਜ ਹੈ, ਕਿਤੇ ਕਿਤੇ ਉੱਪਰੋਂ ਉਤਰ ਕੇ ਆਈ ਹੈ। ਇਹ ਜਿਹੜੀ ਹੈਰੀਟੇਜ ਹੈ, ਇਹ ਸਾਡੇ ਕਿਸਾਨਾਂ ਦੀ ਕਮਾਈ ਹੈ ਜਿਹੜੀ ਉਸ ਵੇਲੇ ਦੇ ਹੁਕਮਰਾਨਾਂ ਨੇ ਲਾਈ। ਸੋ ਇਸ ਕੰਟੈਕਸਟ ਦੇ ਵਿੱਚ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈਗਾ ਕਿ ਮੌਕੇ ਦੀ ਸਰਕਾਰ ਕੋਈ ਵੀ ਹੋਵੇ, ਉਹਨਾਂ ਨੇ ਕਾਸ਼ਤਕਾਰ ਜਾਂ ਜ਼ਿਮੀਂਦਾਰ, ਲੈਂਡ ਓਨਰ ਨੂੰ ਟੈਕਸੇਸ਼ਨ ਅਵੱਸ਼ ਕੀਤੀ ਹੈ। ਔਰ ਸਿਆਣਾ ਉਹ ਰਿਹਾ ਜਿਨ੍ਹਾਂ ਨੇ ਉਨੀ ਕੁ ਕੀਤੀ ਹੈ ਜਿਸ ਨਾਲ ਕਿਸਾਨ ਵੀ ਆਪਣੀ ਰੋਜ਼ਮर्रा ਦਾ ਗੁਜ਼ਾਰਾ ਕਰਦਾ ਰਹੇ, ਉਹਦਾ ਦਾਲ ਫੁਲਕਾ ਵੀ ਚੱਲਦਾ ਰਹੇ ਅਤੇ ਨਾਲ ਨਾਲ ਉਹ ਟੈਕਸ ਦੇ ਰੂਪ ਦੇ ਵਿੱਚ ਵੀ ਦਿੰਦਾ ਰਹੇ। ਅੰਗਰੇਜ਼ ਸਿਆਣੇ ਸੀ, ਉਹਨਾਂ ਨੇ ਇਹ ਕਨਾਲ ਕਾਲੋਨੀਜ਼ ਬਣਾਈਆਂ, ਬਾਰ ਦਾ ਇਲਾਕਾ ਜਿਹਨੂੰ ਕਹਿੰਦੇ ਨੇ ਲਾਇਲਪੁਰ, ਬਾਰੀ ਦੁਆਬ ਕਨਾਲ ਸਿਸਟਮ ਇਹ ਬਣਾਇਆ।
ਅੱਜ ਦੇ ਜਿਹੜੇ ਆਪਾਂ ਰੋਪੜ ਹੈਡਵਰਕਸ, ਸਤਲੁਜ ਤੇ ਨੇ, ਹਰੀਕੇ ਹੈਡਵਰਕਸ, ਮਾਧੋਪੁਰ ਹੈਡਵਰਕਸ, ਰਾਵੀ ਤੇ ਨੇ, ਇਹ ਅੰਗਰੇਜ਼ ਦੇ ਜ਼ਮਾਨੇ ਦੇ ਵੇਲੇ ਦੇ ਨੇ, ਤਾਂ ਕਿ ਉਹਨਾਂ ਇਲਾਕਿਆਂ 'ਚ ਆਬਪਾਸ਼ੀ ਕੀਤੀ ਜਾ ਸਕੇ। ਭਾਖੜਾ ਡੈਮ ਵਗੈਰਾ ਤਾਂ ਬਾਅਦ ਬਣੇ ਨੇ ਆਜ਼ਾਦੀ ਤੋਂ, ਥੇਨ ਡੈਮ ਹੁਣ ਬਣਿਆ, ਰਣਜੀਤ ਸਾਗਰ ਡੈਮ। ਲੇਕਿਨ ਉਹਨਾਂ ਨੇ ਇਹ ਸਾਰੀਆਂ ਇਸ ਕਰਕੇ ਇਹ ਕਨਾਲ ਸਿਸਟਮ ਬਣਾਇਆ ਕਿ ਪੰਜਾਬ ਦਾ ਜਿਹੜਾ ਮਿਹਨਤਕਸ਼ ਕਿਸਾਨ ਹੈ ਉਹ ਆਬਪਾਸ਼ੀ ਕਰੇ, ਇਰੀਗੇਸ਼ਨ ਕਰੇ, ਸਿੰਚਾਈ ਕਰੇ, ਔਰ ਉਸ ਤੋਂ ਜਿਹੜਾ ਲੈਂਡ ਰੈਵਨਿਊ ਅੰਗਰੇਜ਼ ਉਗਰਾਉਂਦੇ ਰਹੇ ਅਤੇ ਆਪਣੇ ਕੰਮਾਂ ਕਾਰਾਂ 'ਤੇ ਵੀ ਲਾਉਂਦੇ ਰਹੇ ਅਤੇ ਬਾਹਰ ਵਿਦੇਸ਼ ਦੇ ਵਿੱਚ ਵੀ ਕੱਢਦੇ ਰਹੇ। ਸੋ ਮੁੱਖ ਦੀ ਗੱਲ ਇਹ ਹੈ ਕਿ ਹਰ ਸਰਕਾਰ ਹਿਸਟਰੀ ਦੇ ਵਿੱਚ ਅਗਰ ਦੇਖਿਆ ਜਾਵੇ, ਉਹ ਕਿਸਾਨ ਔਰ ਕਿਸਾਨੀ ਪ੍ਰੋਡਿਊਸ ਜਿਹੜੀ ਹੈ, ਜਿਹੜੀ ਜਿਣਸ ਹੈ, ਉਸ 'ਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਟੈਕਸ ਲਾਉਂਦੀ ਰਹੀ ਹੈ, ਔਰ ਉਹਨਾਂ ਟੈਕਸ ਲਾਉਂਦੀ ਰਹੀ ਹੈ ਕਿ ਸਰਕਾਰ ਦਾ ਖਜ਼ਾਨਾ ਵੀ ਭਰਦਾ ਰਹੇ ਅਤੇ ਜ਼ਿਮੀਂਦਾਰ ਵੀ ਬਰਬਾਦ ਨਾ ਹੋਵੇ। ਦੋਸਤੋ, ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਕਿ ਇੱਕ ਕਿਸਾਨ ਨੂੰ, ਇੱਕ ਜ਼ਿਮੀਂਦਾਰ ਨੂੰ ਟੈਕਸ ਕਰਨਾ ਕਿਸੇ ਵੀ ਸਰਕਾਰ, ਚਾਹੇ ਉਹ ਮੈਡੀਵਲ ਜ਼ਮਾਨੇ ਦੀ ਹੋਵੇ, ਚਾਹੇ ਅੰਗਰੇਜ਼ ਦੇ ਜ਼ਮਾਨੇ ਦੀ ਹੋਵੇ, ਚਾਹੇ ਅੱਜ ਦੇ ਜ਼ਮਾਨੇ ਦੀ ਹੋਵੇ, ਚਾਹੇ ਉਹ ਕੇਂਦਰ ਸਰਕਾਰ ਹੈ, ਚਾਹੇ ਪ੍ਰਦੇਸ਼ ਦੀ ਸਰਕਾਰ ਹੈ, ਕਿਸਾਨ ਨੂੰ ਟੈਕਸ ਕਰਨਾ ਕਿਉਂ ਆਸਾਨ ਹੈ? ਮੈਂ ਇਹ ਅਰਜ਼ ਕਰਨੀ ਚਾਹੁੰਦਾ ਕਿ ਉਹ ਇਸ ਕਰਕੇ ਆਸਾਨ ਹੈ ਕਿ ਜਿਹੜਾ ਕਿਸਾਨ ਹੈ ਉਹ ਆਪਣੀ ਜ਼ਮੀਨ ਦੇ ਨਾਲ ਬੰਨਿਆ ਹੋਇਆ ਹੈ। ਬੰਦਾ ਤਾਂ ਇੱਥੋਂ ਚੱਲ ਕੇ ਕਿਸੇ ਹੋਰ ਪਾਸੇ ਜਾ ਸਕਦਾ ਹੈ, ਲੇਕਿਨ ਜਿਹੜੀ ਜ਼ਮੀਨ ਹੈ ਉਹ ਇਮੂਵੇਬਲ ਹੈ, ਉਹਨੇ ਉੱਥੇ ਦੀ ਉੱਥੇ ਰਹਿਣਾ ਹੈ। ਸੋ ਇਸ ਕਰਕੇ ਇੱਕ ਕਿਸਾਨ ਜਿਸ ਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਿਰਵਾਹ ਫਸਲਾਂ ਉਗਾ ਕੇ ਅਤੇ ਉਹਨਾਂ ਨੂੰ ਵੇਚ ਕੇ ਕਰਨਾ ਹੈ, ਉਹ ਕਿਤੇ ਭੱਜ ਕੇ ਨਹੀਂ ਜਾ ਸਕਦਾ। ਜੇ ਭੱਜ ਕੇ ਜਾਊਗਾ ਉਹਦੀ ਜ਼ਮੀਨ ਪਿੱਛੇ ਪਈ ਹੈ। ਸੋ ਇਸ ਕਰਕੇ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਜਿੰਨੇ ਪ੍ਰੋਸੈਸ ਸੀ, ਤੁਸੀਂ ਦੇਖੋ, ਉਹ ਲੈਂਡ ਰੈਵਨਿਊ ਮਾਮਲਾ ਵਾਜ਼ ਅ ਚਾਰਜ ਔਨ ਦੀ ਲੈਂਡ। ਬੰਦਾ ਭਾਵੇਂ ਭੱਜ ਜੇ, ਬੰਦਾ ਫਰਾਰ ਹੋ ਜੇ, ਉਹਦੇ ਬੱਚੇ ਗਾਹਾਂ ਆ ਜਾਣਗੇ, ਉਹ ਬੱਚੇ ਵੀ ਭੱਜ ਜਾਣ ਤਾਂ ਉਹ ਜ਼ਮੀਨ ਤਾਂ ਪਈ ਆ, ਉਹਨੂੰ ਕੁਰਕ ਕਰਕੇ, ਉਹਦੀ ਬੋਲੀ ਕਰਕੇ ਜਿਹੜੀਆਂ ਸਰਕਾਰੀ ਡਿਊਜ਼ 'ਤੇ ਰਿਕਵਰੀਆਂ ਕੀਤੀਆਂ ਜਾ ਸਕਦੀਆਂ ਸੀ। ਸੋ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਮੇਰੇ ਮੁਤਾਬਕ ਕਿ ਕਿਸਾਨ ਇੱਕ ਤਰ੍ਹਾਂ ਦਾ ਬੌਂਡਡ ਲੇਬਰ ਹੈ, ਉਸ ਜ਼ਮੀਨ ਦੇ ਨਾਲ ਉਹ ਬੰਨਿਆ ਹੋਇਆ ਹੈ। ਨਾ ਜ਼ਮੀਨ ਉਹਨੂੰ ਛੱਡ ਕੇ ਕਿਤੇ ਜਾ ਸਕਦੀ ਹੈ ਅਤੇ ਨਾ ਉਹ ਜ਼ਮੀਨ ਨੂੰ ਛੱਡ ਕੇ ਕਿਤੇ ਜਾ ਸਕਦਾ। ਇਹ ਅਲੱਗ ਗੱਲ ਹੈ ਕਿ ਤੁਸੀਂ ਕਹੋ ਜੀ ਪੰਜਾਬ 'ਚ ਉਹਨਾਂ ਨੇ 5 ਕਿੱਲੇ ਵੇਚ ਲਏ ਜੀ ਅਤੇ 20 ਕਿੱਲੇ ਜਾ ਕੇ ਉੱਤਰਾਖੰਡ 'ਚ ਲੈ ਲਏ, ਮੱਧ ਪ੍ਰਦੇਸ਼ 'ਚ ਲੈ ਲਏ, ਲੇਕਿਨ ਉੱਥੇ ਵੀ ਉਹ ਟੈਕਸ ਦੇਣਗੇ, ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਟੈਕਸ ਦੇਣਗੇ। ਸੋ ਇਹ ਜਿਹੜੀ ਕਿਸਾਨ ਦੀ ਇੱਕ ਮਜਬੂਰੀ ਹੈ ਕਿ ਉਹ ਜ਼ਮੀਨ ਦੇ ਨਾਲ ਬੰਨਿਆ ਹੋਇਆ ਹੈ, ਨਰੜਿਆ ਹੋਇਆ ਹੈ, ਸਮਝੋ ਕਿ ਸੰਗਲ ਪਾ ਕੇ ਇੱਕ ਬੌਂਡਡ ਲੇਬਰ ਹੈ, ਉਸ ਦੀ ਵਜ੍ਹਾ ਕਰਕੇ ਹੀ ਸਰਕਾਰਾਂ ਕਿਸਾਨ ਦੇ ਉੱਪਰ ਲਗਾਤਾਰ ਮੁਸਲਸਲ ਡਾਇਰੈਕਟ ਐਂਡ ਇਨਡਾਇਰੈਕਟ ਟੈਕਸਿਸ ਲਾਉਂਦੀਆਂ ਰਹੀਆਂ ਨੇ। ਉਹਨਾਂ ਦੀ ਮਿਕਦਾਰ ਵੱਧ ਘੱਟ ਹੋ ਸਕਦੀ ਹੈ, ਉਹਨਾਂ ਦੀ ਮਿਕਦਾਰ ਹੋਰ ਜਿਹੜੇ ਨਵੇਂ ਟੈਕਸੇਸ਼ਨ ਦੇ ਸੋਮੇ ਨੇ ਉਹਨਾਂ ਦੀ ਮਿਕਦਾਰ ਦੇ ਵਿੱਚ ਅਨੁਪਾਤ ਦੇ ਵਿੱਚ ਘਟ ਸਕਦੀ ਹੈ, ਲੇਕਿਨ ਜ਼ਿਮੀਂਦਾਰ ਅਤੇ ਜ਼ਮੀਨ ਉਸ ਤੋਂ ਭੱਜ ਕੇ ਨਹੀਂ ਜਾ ਸਕਦੇ। ਇਸ ਦੇ ਨਾਲ ਨਾਲ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਕਿਸਾਨ ਜਿਹੜਾ ਮਾਰਕੀਟਿੰਗ ਸਿਸਟਮ ਦੇ ਵਿੱਚ ਹੈ, ਉਹ ਇੱਕ ਬੜੀ ਕਮਜ਼ੋਰ ਸਥਿਤੀ ਦੇ ਵਿੱਚ ਹੈ, ਚਾਹੇ ਉਹ ਪ੍ਰੋਕਿਊਰਿੰਗ ਏਜੰਸੀ ਸਰਕਾਰ ਦੀ ਹੈ, ਚਾਹੇ ਪ੍ਰਾਈਵੇਟ ਬੰਦੇ ਦੀ ਹੈ, ਚਾਹੇ ਆੜ੍ਹਤੀ ਹੈ, ਅਤੇ ਚਾਹੇ ਉਹ ਰਾਈਸ ਸ਼ੈਲਰ ਮਿਲਰ ਹੈ। ਉਹ ਕਿਉਂ? ਪਹਿਲੀ ਗੱਲ ਤਾਂ ਕਿਸਾਨ ਦੇ ਕੋਲ ਹੋਲਡਿੰਗ ਕਪੈਸਿਟੀ ਨਹੀਂ। ਇਹ ਨਹੀਂ ਹੈ ਕਿ ਉਹਨੇ ਕਣਕ ਵੱਢ ਲਈ ਅਤੇ ਉਸ ਕਣਕ ਨੂੰ ਜਿਹੜਾ ਝਾੜ ਆਇਆ, ਜਿਹੜੀ ਹਾੜੀ ਦੀ ਫਸਲ ਸੀ, ਉਹਨੇ ਕਿਤੇ ਆਪਣੇ ਗੋਦਾਮ 'ਚ ਰੱਖ ਲਈ। ਉਹਨੂੰ ਤਾਂ ਵੇਚਣੀ ਹੈ, ਕਿਉਂਕਿ ਕਰਜ਼ੇ ਵੀ ਲਾਉਣੇ ਨੇ, ਆਪਣੇ ਖਰਚੇ ਵੀ ਚਲਾਉਣੇ ਅਤੇ ਅਗਲੀ ਫਸਲ ਵੀ ਬੀਜਣੀ ਹੈ। ਸੋ ਉਹਦਾ ਹੋਲਡਿੰਗ ਕਪੈਸਿਟੀ ਫਾਰਮਰ ਦੀ ਜਿਹੜੀ ਹੈ ਉਹ ਬਿਲਕੁਲ ਨਹੀਂ ਹੈ। ਨੰਬਰ 2, ਇਹ ਮੰਨ ਕੇ ਚੱਲੋ ਕਿ ਜਿਹੜੀ ਇਹ ਫਸਲ ਹੈ, ਇਟ ਇਜ਼ ਸਬਜੈਕਟ ਟੂ ਸਪੀਡੀ ਐਂਡ ਨੈਚੁਰਲ ਡਿਕੇ। ਪੈਡੀ ਹੈ, ਝੋਨਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਾਂ ਸਟੋਰ ਹੀ ਨਹੀਂ ਹੋ ਸਕਦਾ। ਇਸ ਕਰਕੇ ਸਰਕਾਰੀ ਏਜੰਸੀਆਂ ਵੀ ਉਹਨੂੰ ਫੌਰੀ ਤੌਰ 'ਤੇ ਜਿਹੜੇ ਰਾਈਸ ਸ਼ੈਲਰਸ ਨੇ, ਮਿਲਰਸ ਨੇ, ਉਹਨਾਂ ਨੂੰ ਦਿੰਦੀਆਂ ਨੇ ਅਤੇ ਚੌਲ ਜਿਹੜਾ ਨਿਕਲਦਾ ਹੈ ਉਹਨਾਂ ਨੂੰ ਸਟੋਰ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਸੋ ਕਿਸਾਨ ਅਗਰ ਹੋਲਡਿੰਗ ਕਪੈਸਿਟੀ ਹੋਵੇ ਵੀ,
ਉਹਦੇ ਲਈ ਉਹਨੂੰ ਸਟੋਰ ਕਰਨਾ ਬੜਾ ਮੁਸ਼ਕਿਲ ਹੈ। ਇਸ ਦੇ ਨਾਲ ਨਾਲ ਕਿਸਾਨ ਦੇ ਕੋਲ ਐਸੇ ਸੋਮੇ ਨਹੀਂ, ਆਪਾਂ ਕਹਿੰਦੇ ਜੀ ਪ੍ਰੋਸੈਸ ਕਰ ਲਓ, ਗੰਨਾ ਹੈ ਉਹਨੂੰ ਜਿਹੜਾ ਸ਼ੂਗਰ ਕੇਨ ਮਿੱਲ ਹੈ ਉਹਨੂੰ ਵੇਚਣਾ ਪੈਣਾ, ਆਪ ਕੀ ਪ੍ਰੋਸੈਸ ਵਿਚਾਰਾ ਕਰ ਲੂਗਾ, ਕਿੰਨਾ ਗੁੜ ਕੱਢ ਲੂਗਾ। ਇਸ ਤਰ੍ਹਾਂ ਹੀ ਅਗਰ ਫਸਲਾਂ ਨੇ, ਇਸ ਤਰ੍ਹਾਂ ਹੀ ਜੇ ਵੈਜੀਟੇਬਲਸ ਨੇ, ਆਪਾਂ ਨੂੰ ਐਗਰੀ ਪ੍ਰੋਸੈਸਿੰਗ ਵੈਲਿਊ ਐਡਡ ਵਾਲੀਆਂ ਗੱਲਾਂ ਕਰਦੇ ਹਾਂ, ਲੇਕਿਨ ਜਿਹਨੇ ਆਲੂ ਮਟਰ ਜਾਂ ਟਮਾਟਰ ਬੀਜੇ ਨੇ, ਜਿਹਨੇ ਨਰਮਾ ਕਪਾਹ ਜਾਂ ਕਾਟਨ ਬੀਜੀ ਹੈ, ਉਹਨੇ ਵਿਚਾਰੇ ਨੇ ਕਾਟਨ ਦਾ ਸਪਿਨਿੰਗ ਜਾਂ ਵੀਵਿੰਗ ਮਿਲ ਤਾਂ ਨਹੀਂ ਲਾ ਲੈਣਾ। ਸੋ ਇਸ ਕਰਕੇ ਮਾਰਕੀਟਿੰਗ ਐਂਗਲ ਤੋਂ, ਸਟੋਰੇਜ ਐਂਗਲ ਤੋਂ, ਹੋਲਡਿੰਗ ਕਪੈਸਿਟੀ ਦੇ ਐਂਗਲ ਤੋਂ ਜਿਹੜਾ ਕਿਸਾਨ ਹੈ ਉਹ ਬੜੀ ਕਮਜ਼ੋਰ ਰਿਲੇਟਿਵ ਪੋਜੀਸ਼ਨ 'ਚ ਹੈ, ਔਰ ਇਸ ਕਰਕੇ ਉਹਨੂੰ ਉਹ ਆਪਣੀ ਜਿੰਸ ਵੇਚਣੀ ਹੀ ਪੈਂਦੀ ਹੈ ਹਰ ਫਸਲ 'ਤੇ। ਔਰ ਇਸੇ ਚੀਜ਼ ਕਰਕੇ ਬਾਜ਼ ਵਕਤ ਮਾਰਕੀਟ ਫੋਰਸਿਸ ਕਹਿ ਲਓ, ਆੜਤੀਆ ਕਹਿ ਲਓ, ਖਰੀਦਦਾਰ ਕਹਿ ਲਓ, ਸਰਕਾਰੀ ਏਜੰਸੀਆਂ ਕਹਿ ਲਓ, ਇਹ ਉਸ ਦੀ ਮਜਬੂਰੀ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਈ ਵਾਰੀ ਫਾਇਦਾ ਉਠਾਇਆ ਜਾਂਦਾ ਹੈ। ਇੱਕ ਗੱਲ ਬੜੀ ਸੁਣਨ ਨੂੰ ਮਿਲਦੀ ਹੈ, ਖ਼ਾਸ ਤੌਰ 'ਤੇ ਸਾਡੇ ਸ਼ਹਿਰੀ ਭਰਾਵਾਂ ਤੋਂ, ਖ਼ਾਸ ਤੌਰ 'ਤੇ ਮੁਲਾਜ਼ਮ ਵਰਗ ਤੋਂ, ਖ਼ਾਸ ਤੌਰ 'ਤੇ ਜਿਹੜੇ ਬਿਜ਼ਨਸ ਟਰੇਡਰ ਜਾਂ ਮੈਨੂਫੈਕਚਰਰਸ ਨੇ, ਕਿ ਲਓ ਜੀ ਖੇਤੀਬਾੜੀ 'ਤੇ ਤਾਂ ਕੋਈ ਟੈਕਸ ਹੀ ਨਹੀਂ ਹੈ, ਐਡੇ ਐਡੇ ਇਹ ਜ਼ਿਮੀਂਦਾਰ ਹੋ ਗਏ, ਸੈਂਕੜੇ ਇਹਨਾਂ ਦੀਆਂ ਏਕੜਾਂ ਦੇ ਫਾਰਮ ਨੇ, ਮੁੰਡੇ SUVs 'ਚ ਘੁੰਮਦੇ ਫਿਰਦੇ ਨੇ, ਅਤੇ ਇਹਨਾਂ 'ਤੇ ਇਨਕਮ ਟੈਕਸ ਕੋਈ ਨਹੀਂ ਹੈ। ਇਹ ਗੱਲਾਂ 'ਤੇ ਵੀ ਮੈਂ ਅੱਜ ਚੰਦ ਮਿੰਟ ਤੁਹਾਡੇ ਲੈਣੇ ਚਾਹੁੰਦਾ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਸੰਵਿਧਾਨ ਦੇ ਵਿੱਚ ਜਿਹੜੀ ਯੂਨੀਅਨ ਲਿਸਟ ਹੈ ਉਹਦੀ ਐਂਟਰੀ ਨੰਬਰ 82 ਦੇ ਵਿੱਚ ਕੇਂਦਰ ਸਰਕਾਰ ਨੂੰ ਇਨਕਮ ਦੇ ਉੱਪਰ ਟੈਕਸ ਲਾਉਣ ਦਾ ਹੱਕ ਹੈ, ਐਕਸੈਪਟ ਔਨ ਐਗਰੀਕਲਚਰ ਇਨਕਮ। ਇਸ ਕਰਕੇ ਆਪਾਂ ਜੇ ਕਹੀਏ ਕਿ ਕੇਂਦਰ ਸਰਕਾਰ ਲਾਉਂਦੀ ਨਹੀਂ, ਇਹ ਆਪਾਂ ਇਹ ਕਹਿਣਾ ਚਾਹੀਦਾ ਹੈ ਕਿ ਉਹ ਸੰਵਿਧਾਨਿਕ ਰੂਪ ਦੇ ਵਿੱਚ ਐਗਰੀਕਲਚਰ ਇਨਕਮ ਨੂੰ ਟੈਕਸ ਕਰਨ ਦੇ ਵਿੱਚ ਸਮਰੱਥ ਨਹੀਂ। ਸਟੇਟ ਗੌਰਮੈਂਟ ਜਿਹੜੀਆਂ ਨੇ ਉਹ ਲਾ ਸਕਦੀਆਂ ਨੇ, ਲਾਉਂਦੀਆਂ ਵੀ ਨੇ, ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਲਾਉਂਦੀਆਂ ਨੇ। ਮੈਂ ਤਾਂ ਇੱਥੇ ਤੱਕ ਵੀ ਕਹਾਂਗਾ, ਔਰ ਉਹਦਾ ਮੈਂ ਉਦਾਹਰਣ ਦੇਵਾਂਗਾ, ਕਿ ਕੇਂਦਰ ਸਰਕਾਰ ਵੀ ਇਨਕਮ ਟੈਕਸ ਲਾਉਂਦੀ ਹੈ ਐਗਰੀਕਲਚਰ ਇਨਕਮ 'ਤੇ ਵੀ, ਐਗਰੀਕਲਚਰ ਲੈਂਡ 'ਤੇ ਵੀ। ਸੋ ਇਸ ਕਰਕੇ ਇਹ ਆਪਾਂ ਜੇ ਕਹੀਏ ਕਿ ਖੇਤੀਬਾੜੀ ਦੇ ਉੱਪਰ ਕੋਈ ਇਨਕਮ ਟੈਕਸ ਦਿੰਦਾ ਨਹੀਂ ਹੈ, ਇਹ ਗਲਤ ਹੈ। ਦੂਜੀ ਗੱਲ, ਹਰ ਸਟੇਟ ਦੇ ਵਿੱਚ ਸੀਲਿੰਗ ਲਾਜ਼ ਜਿਹੜੇ ਨੇ, ਸਰਪਲਸ ਏਰੀਆ ਕਾਨੂੰਨ ਜਿਹੜੇ ਨੇ, ਉਹਦੇ ਵਿੱਚ ਇੱਕ ਅਪਰ ਲਿਮਿਟ ਹੈ। ਜਿਵੇਂ ਪੰਜਾਬ ਦੇ ਵਿੱਚ 18 ਸਟੈਂਡਰਡ ਏਕੜ ਫੈਮਿਲੀ ਐਜ਼ ਅ ਯੂਨਿਟ, ਉਦੋਂ ਵੱਧ ਨਹੀਂ ਰੱਖ ਸਕਦੇ। ਜੇ ਤੁਹਾਡੀ ਜ਼ਮੀਨ ਕਮਜ਼ੋਰ ਹੈਗੀ ਆ, ਤੁਸੀਂ 20 ਏਕੜ ਹੋਊਗੀ, ਉਸ 'ਚ ਅਗਰ ਆਬਾਦੀ ਨਹੀਂ ਹੈ, ਸਾਡੇ ਤਾਂ ਹੁਣ 99% ਇਰੀਗੇਟਡ ਏਰੀਆ ਹੈ, ਇਸ ਕਰਕੇ 18 ਸਟੈਂਡਰਡ ਏਕੜ ਇੱਕ ਫੈਮਿਲੀ ਵਾਲਾ ਉਹ ਕੀ ਉਸ ਦੇ ਵਿੱਚੋਂ ਕੱਢ ਲੈਂਦਾ ਹੋਊਗਾ? 50,000 ਰੁਪਏ ਸਾਲ ਦਾ, 60,000 ਰੁਪਏ ਸਾਲ ਦਾ। ਹੁਣ 10 ਲੱਖ ਦੀ ਜਿਹੜੀ ਇਨਕਮ ਹੈ ਫੈਮਿਲੀ ਐਜ਼ ਯੂਨਿਟ, ਉਹਨੂੰ ਤਕਸੀਮ ਕਰੋ ਸਾਰੇ ਮੈਂਬਰਾਂ 'ਤੇ ਤੁਸੀਂ ਲਾ ਲਓ ਇਨਕਮ ਟੈਕਸ, ਉਸ ਦੇ ਵਿੱਚੋਂ ਕੀ ਇਨਕਮ ਟੈਕਸ ਕਿਸ 'ਤੇ ਕੀ ਆਉਣਾ ਹੈ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਅਗਰ ਕੇਂਦਰ ਸਰਕਾਰ ਨੂੰ ਬਿਲ ਫਰਜ਼ ਮੰਨ ਵੀ ਲਿੱਤਾ ਜਾਵੇ ਕਿ ਉਹਨਾਂ ਨੂੰ ਇਨਕਮ ਟੈਕਸ ਐਕਟ ਦੇ ਵਿੱਚ ਅਧਿਕਾਰ ਹੋ ਜਾਵੇ ਸੰਵਿਧਾਨਿਕ ਰੂਪ ਦੇ ਵਿੱਚ। ਸੋ ਦੋਸਤੋ, ਇਹ ਕਹਿਣਾ ਕਿ ਜ਼ਿਮੀਂਦਾਰ ਕੋਈ ਟੈਕਸ ਨਹੀਂ ਦਿੰਦਾ, ਇਨਕਮ ਟੈਕਸ ਨਹੀਂ ਦਿੰਦਾ, ਇਹ ਗਲਤ ਗੱਲ ਹੈ। GST ਗੁੱਡਸ ਐਂਡ ਸਰਵਿਸਿਜ਼ ਟੈਕਸ, ਚਾਹੇ ਉਹ ਫਰਟੀਲਾਈਜ਼ਰ ਹੈ, ਚਾਹੇ ਵੀਡੀਸਾਈਡ ਹੈ, ਚਾਹੇ ਇੰਪਲੀਮੈਂਟਸ ਨੇ, ਕੋਈ ਵੀ ਐਸੀ ਚੀਜ਼ ਹੈ ਜਿਹੜੀ ਇਨਪੁਟ ਹੈ, ਡੀਜ਼ਲ ਦੀ ਗੱਲ ਲੈ ਲਓ ਤੁਸੀਂ, ਉਹ ਸਾਰਿਆਂ ਦੇ ਉੱਪਰ GST ਹੈ। ਔਰ GST ਕਿਉਂਕਿ ਤੁਸੀਂ ਰਿਟੇਲ 'ਚ ਖਰੀਦਦੇ ਹੋ, ਉਹ ਰੇਟ ਵੱਧ ਹੈ, ਔਰ ਰਿਟੇਲ ਵਾਲਾ ਐਂਡ ਪ੍ਰੋਡਕਟ ਹੈ, ਉਹਦਾ GST ਦਾ ਰੇਟ ਵੱਧ ਹੈ। ਸੋ ਨਾ ਸਿਰਫ ਉਹ ਜਿਹੜੀ ਕਮੋਡਿਟੀ ਹੈ ਉਹਦੀ ਪ੍ਰਾਈਸ ਵੱਧ ਹੈ, ਲੇਕਿਨ ਉਹਦਾ ਰੇਟ ਵੀ ਵੱਧ ਹੈ। ਇਸ ਕਰਕੇ ਜ਼ਿਮੀਂਦਾਰ GST ਰੂਪ ਦੇ ਵਿੱਚ ਪ੍ਰਪੋਰਸ਼ਨੇਟ ਟਰਮਸ ਨਾਲ ਅਗਰ ਮਾਪਿਆ ਜਾਵੇ, ਜਿਹੜਾ ਹੋਲਸੇਲਰ ਹੈ, ਜਿਹੜਾ ਮੈਨੂਫੈਕਚਰਰ ਹੈ, ਜਿਹੜਾ ਰਿਟੇਲਰ ਹੈ, ਉਸ ਦੇ ਮੁਕਾਬਲੇ ਵੱਧ ਤੋਂ ਵੱਧ GST ਜਿਹੜਾ ਦਿੰਦਾ ਹੈ ਉਹ ਕਿਸਾਨ ਦਿੰਦਾ ਹੈ। ਔਰ ਬਾਕੀ ਜਿਹੜੇ ਮੈਨੂਫੈਕਚਰਰ ਨੇ, ਹੋਲਸੇਲਰ ਨੇ, ਉਹਨਾਂ ਨੂੰ ਤਾਂ GST ਦਾ ਇਨਪੁਟ ਕ੍ਰੈਡਿਟ ਮਿਲ ਜਾਂਦਾ ਹੈ ਕਿ ਇੰਨਾ ਅਸੀਂ ਭਰਿਆ, ਇੰਨਾ ਲਿੱਤਾ, ਕੱਟ ਕੇ ਮਨਫੀ ਕਰਕੇ ਜਮ੍ਹਾਂ ਕਰਾਇਆ।
ਜ਼ਿਮੀਂਦਾਰ ਦੀ ਜੇਬ ਦੇ ਵਿੱਚੋਂ, ਕਿਸਾਨ ਦੀ ਜੇਬ ਦੇ ਵਿੱਚੋਂ ਜਿਹੜਾ GST ਚਲਾ ਗਿਆ ਉਹ ਸੈਂਟ ਪਰਸੈਂਟ ਸਰਕਾਰੀ ਖਜ਼ਾਨੇ ਦੇ ਵਿੱਚ ਚਲਾ ਗਿਆ। ਇਸ ਕਰਕੇ ਉਹ ਵੀ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਇਨਕਮ ਟੈਕਸ ਦੀਆਂ ਤਾਂ ਆਪਾਂ ਗੱਲਾਂ ਕਰਦੇ ਹਾਂ ਕਿ ਆ ਜਿਹੜਾ GST ਕਿਸਾਨ ਦੇ ਰਿਹਾ ਇਹ ਕਿੰਨਾ ਦੇ ਰਿਹਾ, ਇਹਦੇ ਬਾਰੇ ਆਪਾਂ ਕਦੇ ਕੋਈ ਗੱਲ ਕੀਤੀ ਹੈਗੀ ਹੈ? ਹੁਣ ਜਿਹੜੀ ਮੈਂ ਗੱਲ ਕਰਨ ਲੱਗਿਆ, ਜਿਹੜਾ ਆਪਾਂ ਕਹਿੰਦੇ ਹਾਂ ਕਿ ਕੇਂਦਰ ਸਰਕਾਰ ਐਗਰੀਕਲਚਰਲ ਇਨਕਮ ਤੇ ਤਾਂ ਇਨਕਮ ਟੈਕਸ ਲਾਉਂਦੀ ਨਹੀਂ। ਮੈਂ ਸਮਝਦਾ ਇਸ ਮੁੱਦੇ ਤੇ ਵੀ ਦੋ ਗੱਲਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲੀ ਗੱਲ, ਇਹ ਮੰਨਿਆ ਜਾਂਦਾ ਹੈ ਕਿ ਐਗਰੀਕਲਚਰਲ ਲੈਂਡ ਜਿਹੜਾ ਹੈ ਕੈਪੀਟਲ ਐਸੈਟ ਨਹੀਂ ਹੈ। ਕੈਪੀਟਲ ਐਸੈਟ ਉਹ ਹੈ ਜਿਹਨੂੰ ਵੇਚੋ ਤਾਂ ਕੈਪੀਟਲ ਗੇਨਸ ਲੱਗਦਾ ਹੈ। ਸੋਨਾ ਤੁਸੀਂ 100 ਰੁਪਏ ਦਾ ਲਿੱਤਾ, 2 ਸਾਲ ਬਾਅਦ 150 ਰੁਪਏ ਦਾ ਵੇਚ ਰਹੇ ਹੋ, ਉਹਦਾ ਜਿਹੜਾ ਇਜ਼ਾਫਾ ਹੋਇਆ, ਜਿਹੜੀ ਵ੍ਰਿੱਧੀ ਹੋਈ ਹੈ, ਜਿਹੜਾ ਵਾਧਾ ਹੋਇਆ, ਉਸ 'ਤੇ ਸਰਕਾਰ ਟੈਕਸ ਲਾਉਂਦੀ ਹੈ। ਉਹ 10% ਵੀ ਹੋ ਸਕਦਾ ਹੈ, 20 ਵੀ ਹੋ ਸਕਦਾ ਹੈ। ਸ਼ੇਅਰਾਂ 'ਤੇ ਵੀ ਲੱਗਦਾ ਹੈ, ਜਿਹੜੇ ਵੱਡੀਆਂ ਕੰਪਨੀਆਂ ਦੇ ਟਰੇਡ ਹੁੰਦੇ ਨੇ। ਲੇਕਿਨ ਬੇਸਿਕ ਫੰਡਾਮੈਂਟਲ ਇਹ ਹੈ ਕਿ ਐਗਰੀਕਲਚਰਲ ਲੈਂਡ ਕੈਪੀਟਲ ਐਸੈਟ ਨਹੀਂ ਹੈ। ਉਹਨੂੰ ਜੇ ਵੇਚਦੇ ਹੋ, ਤੁਹਾਡੀ ਜੱਦੀ ਪੁਸ਼ਤੀ ਜ਼ਮੀਨ ਹੈ ਅਤੇ ਉਹਨੂੰ ਵੇਚੋ, ਉਸ 'ਤੇ ਕੈਪੀਟਲ ਗੇਨ ਟੈਕਸ ਨਹੀਂ ਲੱਗਣਾ ਚਾਹੀਦਾ। ਲੇਕਿਨ ਇਹ ਵੀ ਇਨਕਮ ਟੈਕਸ ਐਕਟ ਦੇ ਵਿੱਚ ਸੰਸ਼ੋਧਨ, ਉਹਨੂੰ ਇਨਕਮ ਟੈਕਸ ਐਕਟ ਦੇ ਵਿੱਚ ਸੋਧ ਕਰਕੇ, ਅਮੈਂਡਮੈਂਟ ਕਰਕੇ ਬਹੁਤ ਸਾਰੀ ਐਗਰੀਕਲਚਰ ਲੈਂਡ ਨੂੰ ਕੈਪੀਟਲ ਐਸੈਟ ਕਰਾਰ ਦਿੱਤਾ ਗਿਆ। ਜੇ ਤੁਹਾਡੀ ਐਗਰੀਕਲਚਰ ਜ਼ਮੀਨ ਕਿਸੇ ਵੀ ਮਿਊਨਸਿਪਲ ਹੱਦ ਦੇ ਵਿੱਚ ਆਉਂਦੀ ਹੈ, ਉਹ ਕੈਪੀਟਲ ਐਸੈਟ ਬਣ ਜਾਂਦੀ ਹੈ। ਮੇਰੇ ਖਿਆਲ ਸਿਰਫ ਐਕਸੈਪਸ਼ਨ ਇਹ ਹੈ ਕਿ 10,000 ਤੋਂ ਘੱਟ ਦੀ ਆਬਾਦੀ ਵਾਲੀ ਨਗਰ ਪੰਚਾਇਤ ਨਾ ਹੋਵੇ। ਜੇ 10,000 ਤੋਂ ਵੱਧ ਵਾਲੀ ਤੁਹਾਡੀ ਕੋਈ ਮਿਊਨਸਿਪੈਲਿਟੀ ਹੈ ਜਾਂ ਨਗਰ ਪੰਚਾਇਤ ਹੈ, ਤੁਹਾਡੀ ਖੇਤੀਬਾੜੀ ਵਾਲੀ ਜ਼ਮੀਨ 2 ਕਿਲੋਮੀਟਰ ਦੇ ਅੰਦਰ ਆਉਂਦੀ ਹੈ, ਉਹ ਕੈਪੀਟਲ ਐਸੈਟ ਹੈ। ਸੋ ਕਰਾਲੀ ਵਰਗੀ ਕਮੇਟੀ ਹੋਵੇ ਤੇ ਛੋਟੀਆਂ ਮੋਟੀਆਂ ਬਰੂਡ ਵਰਗੀ ਕਮੇਟੀ ਹੋਵੇ, ਉਹਦੀ ਅਗਰ ਜਿਹੜੀ ਜਨ ਵਸੋਂ ਹੈ 10,000 ਤੋਂ ਉੱਪਰ ਹੈ ਤੇ 1 ਲੱਖ ਤੋਂ ਥੱਲੇ ਹੈ, ਤੇ 2 ਕਿਲੋਮੀਟਰ ਦੇ ਵਿੱਚ ਤੁਹਾਡੀ ਖੇਤੀਬਾੜੀ ਵਾਲੀ ਜ਼ਮੀਨ ਆ ਗਈ, ਮਿਊਨਸਿਪਲ ਹੱਦ ਤੋਂ ਬਾਹਰ ਹੈ, ਉਹ ਵੀ ਕੈਪੀਟਲ ਐਸੈਟ ਹੈ। ਇਸੇ ਤਰ੍ਹਾਂ ਜੇ 1 ਲੱਖ ਵਾਲੀ ਆਬਾਦੀ ਹੈ, ਔਰ ਪੰਜਾਬ ਦੇ ਬਾਕੀ ਜਿਹੜੇ ਸ਼ਹਿਰ ਨੇ ਪਟਿਆਲਾ ਬਠਿੰਡਾ ਤੱਕ 1 ਲੱਖ ਤੋਂ 10 ਲੱਖ ਦੀ ਆਬਾਦੀ ਤੱਕ ਹੋਣਗੇ, ਤਾਂ 6 ਕਿਲੋਮੀਟਰ ਮਿਊਨਸਿਪਲ ਹੱਦ ਤੋਂ ਬਾਹਰ ਵੀ ਹੋਵੇ ਕਿਸੇ ਦਿਸ਼ਾ ਦੇ ਵਿੱਚ, ਔਰ ਕਹਿੰਦੇ ਨੇ ਕਿ ਏਰੀਅਲ ਡਿਸਟੈਂਸ, ਇਹ ਨਹੀਂ ਹੈ ਕਿ ਰਸਤੇ ਦੇ ਮੁਤਾਬਕ, ਉਹ ਸਿੱਧੀ ਐਜ਼ ਦੀ ਕਰੋ ਫਲਾਈਜ਼, ਉਹ ਵੀ ਤੁਹਾਡੀ ਕੈਪੀਟਲ ਐਸੈਟ ਹੈ। ਔਰ ਜੇ 10 ਲੱਖ ਤੋਂ ਵੱਧ ਹੈ, ਔਰ ਮੇਰੇ ਮੁਤਾਬਕ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ, ਉਹਨਾਂ ਦੇ ਮਿਊਨਸਿਪਲ ਹੱਦਾਂ ਪਹਿਲਾਂ ਹੀ ਬਹੁਤ ਫੈਲੀਆਂ ਹੋਈਆਂ ਨੇ, ਲੇਕਿਨ ਉਹਦੇ 8 ਕਿਲੋਮੀਟਰ ਦੇ ਅੰਦਰ ਅੰਦਰ ਅਗਰ ਕਰੋ ਫਲਾਈਜ਼ ਦੇ ਤੌਰ 'ਤੇ ਤੁਹਾਡੀ ਜ਼ਮੀਨ ਆ ਗਈ, ਖੇਤੀਬਾੜੀ ਹੈ, ਖੇਤੀਬਾੜੀ ਕਰਦੇ ਹੋ, ਕੋਈ ਸੜਕ ਨਹੀਂ ਲੱਗਦੀ, ਉਹ ਕੈਪੀਟਲ ਐਸੈਟ ਹੈ। ਹੁਣ ਕੈਪੀਟਲ ਐਸੈਟ ਹੋਣ ਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਉਹਨੂੰ ਵੇਚਦੇ ਹੋ, ਸਰਕਾਰ ਉਸ 'ਤੇ ਕੈਪੀਟਲ ਗੇਨ ਟੈਕਸ ਲਾ ਸਕਦੀ ਹੈ। ਲੱਗਦਾ ਨਹੀਂ ਲੱਗਦਾ, ਉਸ 'ਤੇ ਟੈਕਸ ਐਟ ਸੋਰਸ ਹੈ, ਇਹ ਝਗੜੇ ਝਾਟੇ ਅਲੱਗ ਨੇ। ਪਰ ਸਵਾਲ ਇਹ ਹੈ ਕਿ ਉਹ ਜ਼ਮੀਨ ਜਿਹੜੀ ਜੱਦੀ ਪੁਸ਼ਤੀ ਹੈ, ਚਾਹੇ ਸੈਲਫ ਅਕਵਾਇਰਡ ਹੈ, ਉਹਨੂੰ ਇੱਕ ਪਾਸੇ ਤੁਸੀਂ ਇਹਨੂੰ ਕੈਪੀਟਲ ਐਸੈਟ ਹੈ ਨਹੀਂ, ਦੂਜੇ ਪਾਸੇ ਤੁਸੀਂ ਇੱਕ ਆਹ ਸਿਸਟਮ ਬਣਾਤਾ ਕਿ ਇੰਨੇ ਕਿਲੋਮੀਟਰ ਦੇ ਵਿੱਚ ਹੋਵੇ ਤਾਂ ਕੈਪੀਟਲ ਐਸੈਟ ਤਸੱਵਰ ਕੀਤਾ ਜਾਣਾ। ਪੰਜਾਬ ਦੇ ਵਿੱਚ ਜਿੱਥੇ ਥਾਂ 'ਤੇ ਤੁਸੀਂ ਕਮੇਟੀਆਂ ਬਣੀਆਂ ਹੈ, ਚੰਡੀਗੜ੍ਹੋਂ ਚਲੋ ਮੋਹਾਲੀ ਆ ਗਈ, ਖਰੜ ਆ ਗਈ, ਅੱਗੇ ਮਰਿੰਡਾ ਆ ਗਈ, ਖਵਾਣੋਂ ਆ ਗਈ, ਸਮਰਾਲਾ ਆ ਗਈ, ਜਦ ਤਾਈਂ ਤੁਸੀਂ ਲੁਧਿਆਣੇ ਪਹੁੰਚਦੇ ਹੋ, ਮੇਰੇ ਖਿਆਲ ਕੋਈ ਕਿੱਲਾ ਐਸਾ ਰਹਿ ਨਹੀਂ ਜਾਂਦਾ, ਇੱਧਰਲੇ ਪਾਸੇ ਮਾਛੀਵਾੜਾ ਆ ਗਿਆ, ਉੱਧਰਲੇ ਪਾਸੇ ਖੰਨਾ ਆ ਗਿਆ, ਕਿ ਜਿਹੜਾ ਕੈਪੀਟਲ ਐਸੈਟ ਨਾ ਆਉਂਦਾ ਹੋਵੇ, ਅਤੇ ਉਹਨੂੰ ਜਦੋਂ ਤੁਸੀਂ ਵੇਚੋਗੇ ਜਾਂ ਵੇਚਦੇ ਹੋ ਤਾਂ ਕੈਪੀਟਲ ਗੇਨਸ ਟੈਕਸ ਇਨਕਮ ਟੈਕਸ ਦੇ ਅੰਡਰ ਕੇਂਦਰ ਸਰਕਾਰ ਲਾ ਸਕਦੀ ਹੈ, ਲਾਉਂਦੀ ਹੈ। ਦੂਜੀ ਗੱਲ, ਜਿਹੜੇ ਚਾਰਟਰਡ ਅਕਾਊਂਟੈਂਟ ਭਰਾ ਨੇ, ਇਨਕਮ ਟੈਕਸ ਨੂੰ ਡੀਲ ਕਰਦੇ ਨੇ ਜਾਂ ਵਕੀਲ ਨੇ, ਦੇ ਵਿਲ ਬੇਅਰ ਮੀ ਆਊਟ, ਉਹ ਇਹ ਕਹਿੰਦੇ ਜੀ ਫॉर ਟੈਕਸ ਰੇਟ ਅਸੀਂ ਐਗਰੀਕਲਚਰ ਇਨਕਮ ਨੂੰ ਕਾਊਂਟ ਕਰਦੇ ਹਾਂ। ਉਹ ਕੀ ਹੈ ਜੀ ਕਿ ਜੇ ਤੁਹਾਡੀ ਦੂਜੀ ਕੋਈ ਆਮਦਨ ਹੈ ਹੀ ਨਹੀਂ, ਚਲੋ ਐਗਰੀਕਲਚਰ ਇਨਕਮ 5 ਲੱਖ ਰੁਪਏ ਸਾਲ ਦੀ ਆ ਗਈ, ਉਸ 'ਤੇ ਕੋਈ ਟੈਕਸ ਨਹੀਂ। ਜੇ ਤੁਹਾਡੀ 1 ਕਰੋੜ ਰੁਪਇਆ ਆਮਦਨ ਦੂਜੀ ਹੈ, ਉਹਨੂੰ ਵੀ ਫਰਕ ਨਹੀਂ ਪੈਂਦਾ। ਲੇਕਿਨ ਜਿਹੜਾ ਬੰਦਾ 10%, 15%, 20%, 30% ਤੋਂ ਥੱਲੇ ਦੇ ਟੈਕਸ ਬ੍ਰੈਕਟ ਦੇ ਵਿੱਚ ਹੈ, ਨੌਨ ਐਗਰੀਕਲਚਰਲ ਇਨਕਮ ਤੋਂ, ਉਹਨੂੰ ਕਹਿੰਦੇ ਨੇ ਕਿ ਉਹਦੇ ਵਿੱਚ ਅਸੀਂ ਐਗਰੀਕਲਚਰ ਇਨਕਮ ਐਡ ਕਰਾਂਗੇ।
ਐਡ ਕਰਕੇ ਜਿੰਨੀ ਇਨਕਮ ਆ ਗਈ ਉਹ ਜਿਹੜਾ ਬ੍ਰੈਕਟ ਹੈ ਅਗਰ 30% 'ਚ ਆ ਗਿਆ ਤਾਂ ਸਾਰੀ ਦੀ ਸਾਰੀ ਆਮਦਨ ਤੁਹਾਡੀ ਜਿਹੜੀ ਹੈ ਨੌਨ ਐਗਰੀਕਲਚਰ ਫॉर ਦੀ ਟੈਕਸ ਪਰਪਸਿਸ ਐਂਡ ਟੈਕਸ ਰੇਟ ਉਸ ਇਨਹਾਂਸਡ ਰੇਟ ਤੇ ਟੈਕਸ ਕਰਾਂਗੇ। ਹੁਣ ਮੋਟੇ ਤੌਰ ਤੇ ਇਹ ਹੈ ਕਿ ਦੋ ਬੰਦੇ ਨੇ, ਇੱਕ ਬੰਦਾ ਹੈ ਉਹਦੇ 20% ਦੇ ਟੈਕਸ ਬ੍ਰੈਕਟ 'ਚ ਹੈ, ਉਹਦੀ ਐਗਰੀਕਲਚਰ ਇਨਕਮ ਹੈ ਨਹੀਂ। ਦੂਜਾ ਬੰਦਾ ਹੈ ਉਸੇ 20% ਤੇ ਉਨੀ ਇਨਕਮ ਲੇਕਿਨ ਉਹਦੀ ਐਗਰੀਕਲਚਰ ਇਨਕਮ ਹੈ। ਲੇਕਿਨ ਅਗਰ ਟੈਕਸ ਬ੍ਰੈਕਟ 'ਚ ਉਹਨੂੰ 30% ਤੇ ਲੈ ਲਓਗੇ ਉਹ ਵੱਧ ਟੈਕਸ ਦੇਊਗਾ। ਉਹ ਵੱਧ ਟੈਕਸ ਕਿਉਂ ਦੇ ਰਿਹਾ ਹੈ? ਕਿਉਂਕਿ ਉਹਦੀ ਐਗਰੀਕਲਚਰ ਇਨਕਮ ਹੈ। ਦੂਜੀਆਂ ਦੋਨੇ ਜਿਹੜੀਆਂ ਆਮਦਨਾਂ ਨੇ ਉਹ ਸੇਮ ਨੇ, ਬਿਲਕੁਲ ਬਰਾਬਰ ਨੇ, ਸੇਮ ਸੋਰਸ ਹੈ, ਸੇਮ ਨੌਈਅਤ ਹੈ। ਤਾਂ ਇਹ ਮੈਨੂੰ ਦੱਸੋ, ਇਫ ਦਿਸ ਡਜ਼ ਨੋਟ ਅਮਾਊਂਟ ਟੂ ਟੈਕਸਿੰਗ ਐਗਰੀਕਲਚਰ ਇਨਕਮ ਤਾਂ ਹੋਰ ਕੀ ਹੈ ਬਈ? ਕਿ ਇਨਕਮ ਟੈਕਸ ਤੁਸੀਂ ਵੱਧ ਲੈ ਰਹੇ ਹੋ ਇਸ ਕਰਕੇ ਕਿ ਮੇਰੀ ਐਗਰੀਕਲਚਰ ਇਨਕਮ ਹੈ। ਹਾਂ, ਜਿਹਦੀ ਦੂਜੀ ਇਨਕਮ ਜ਼ੀਰੋ ਹੈ ਉਹਨੂੰ ਨਹੀਂ ਫਰਕ ਪੈਂਦਾ, ਔਰ ਜਿਹੜਾ ਵੱਡੇ ਟੈਕਸ ਬ੍ਰੈਕਟ 'ਚ ਆਲਰੇਡੀ ਵੱਧ ਇਨਕਮ 'ਚ ਹੈ ਉਹਨੇ 30% ਹੈ ਜਾਂ 35% ਹੈ ਉੱਥੇ ਹੀ ਰਹਿਣਾ। ਸੋ ਇਸ ਕਰਕੇ ਇਹ ਵੀ ਕਹਿਣਾ ਕਿ ਕੇਂਦਰ ਸਰਕਾਰ ਇਨਕਮ ਟੈਕਸ ਐਕਟ ਦੇ ਵਿੱਚ ਸਾਡੇ 'ਤੇ ਟੈਕਸ ਨਹੀਂ ਲਾਉਂਦੀ, ਇਹ ਵੀ ਗਲਤ ਹੈ। ਫॉर ਰੇਟ ਪਰਪਸਿਸ ਟੈਕਸ ਵਾਸਤੇ ਐਗਰੀਕਲਚਰ ਇਨਕਮ ਕੰਸੀਡਰ ਹੁੰਦੀ ਹੈ। ਆਹ ਤੇ ਕੈਪੀਟਲ ਐਸਟ ਵਾਲੀ ਗੱਲ ਤਾਂ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਜਿਹੜਾ ਕੋਈ ਕਿੱਲਾ ਵਿਕਦਾ ਹੈ ਐਗਰੀਕਲਚਰਲ ਪਿਓਰ, ਉਸ ਨੂੰ ਵੀ ਕੈਪੀਟਲ ਗੇਨਸ ਟੈਕਸ ਇਨਕਮ ਟੈਕਸ ਐਕਟ ਪ੍ਰੋਵੀਜ਼ਨਸ ਦੇ ਵਿੱਚ ਲੱਗ ਸਕਦਾ। ਇੱਕ ਜਿਹੜੀ ਮੈਂ ਬੜੀ ਅਹਿਮ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਉਹ ਚੇਂਜ ਆਫ ਲੈਂਡ ਯੂਜ਼ ਦੀ ਹੈ। ਤੁਹਾਡੀ ਜ਼ਮੀਨ ਹੈ, ਜੱਦੀ ਪੁਸ਼ਤੀ ਜ਼ਮੀਨ ਹੈ, ਪੁਸ਼ਤ ਦਰ ਪੁਸ਼ਤ ਚੱਲੀ ਆ ਰਹੀ ਹੈ। ਸ਼ਹਿਰ ਵੱਧ ਗਏ, ਸ਼ਹਿਰ ਦੇ ਨੇੜੇ ਤੁਸੀਂ ਆ ਗਏ, ਸ਼ਹਿਰ ਦੇ ਵਿੱਚ ਆ ਗਏ, ਉਹਦੀ ਜ਼ਮੀਨ ਦੀ ਕੀਮਤ ਵੱਧ ਗਈ। ਹੁਣ ਤੁਸੀਂ ਕਹਿੰਦੇ ਹੋ ਕਿ ਜੀ ਮੈਂ ਤਾਂ ਇਹਨੂੰ ਵੇਚ ਕੇ ਇੱਥੇ ਦੋ ਦੁਕਾਨਾਂ ਜਾਂ ਸ਼ੋਰੂਮ ਪਾਉਣੇ ਚਾਹੁੰਦਾ। ਲੇਕਿਨ ਉਸੇ ਵੇਲੇ ਵੱਖ-ਵੱਖ ਕਾਨੂੰਨਾਂ ਦੇ ਤਹਿਤ, ਔਰ ਕਈ ਜਗ੍ਹਾ ਤਾਂ ਕਾਨੂੰਨ ਵੀ ਨਹੀਂ ਹੈ, ਐਗਜ਼ੈਕਟਿਵ ਨੋਟੀਫਿਕੇਸ਼ਨਾਂ ਦੇ ਤਹਿਤ ਉੱਥੇ ਕਹਿੰਦੇ ਨੇ ਜੀ ਚੇਂਜ ਆਫ ਲੈਂਡ ਯੂਜ਼ ਫੀਸ ਤੁਸੀਂ ਜਮ੍ਹਾਂ ਕਰਾਓ ਜਿਹੜੀ ਸਰਕਾਰੀ ਖਜ਼ਾਨੇ ਦੇ ਵਿੱਚ ਆਉਂਦੀ ਹੈ। ਮੈਨੂੰ ਇਹ ਦੱਸੋ ਕਿ ਕੋਈ ਸਰਮਾਏਦਾਰ ਆਪਣਾ ਪੈਸਾ ਏ ਜਗ੍ਹਾ ਲਾਉਂਦਾ ਹੈ ਜਾਂ ਬੀ ਜਗ੍ਹਾ ਲਾਉਂਦਾ ਹੈ ਜਾਂ ਸੀ ਜਗ੍ਹਾ ਲਾਉਂਦਾ ਹੈ, ਉਹ ਆਪਣਾ ਇੱਕ ਐਸੈਟ ਨੂੰ ਵੇਚ ਕੇ ਦੂਜੇ ਪਾਸੇ ਲਾਉਂਦਾ ਹੈ। ਕੋਈ ਕੰਪਨੀ ਨੂੰ ਨਵੇਂ ਸ਼ੇਅਰ ਹੋਲਡਰ ਲਿਆਉਂਦਾ ਹੈ, ਆਪਣੇ ਪੁਰਾਣੇ ਸ਼ੇਅਰ ਵੇਚਦਾ ਹੈ। ਕੋਈ ਚੇਂਜ ਆਫ ਯੂਜ਼ ਵਾਲੀ ਕੋਈ ਗੱਲ ਹੈ? ਔਰ ਫਿਰ ਉਹ ਜਿਹੜੀਆਂ ਪਾਲਿਸੀਆਂ ਬਣਦੀਆਂ ਨੇ ਉਹ ਵੀ ਕਿਸਾਨ ਅਤੇ ਲੈਂਡ ਓਨਰ ਵਿਰੋਧੀ ਬਣਦੀਆਂ। ਤੁਸੀਂ ਕਹਿੰਦੇ ਹੋ ਕਿ ਜੀ ਹਾਂ ਤੁਸੀਂ ਬਣਾ ਲਓ, ਉਰੇ ਕਾਲਨੀ ਪਾਸ ਕਰਾ ਲਓ, ਬਾਕੀ ਸਾਰੇ ਸਰਕਾਰੀ ਖਰਚੇ ਚੇਂਜ ਆਫ ਲੈਂਡ ਯੂਜ਼ ਤੋਂ ਇਲਾਵਾ ਵੀ ਭਰੋ, ਐਕਸਟਰਨਲ ਡਿਵੈਲਪਮੈਂਟ ਚਾਰਜ ਹੈ, ਲਾਇਸੈਂਸ ਫੀ ਹੈ, ਉਰਾ ਪਰਾ ਪਾ ਕੇ। ਲੇਕਿਨ ਨਾਲੇ ਤੁਸੀਂ ਕੰਡੀਸ਼ਨ ਲਾ ਦੋਗੇ ਜੀ ਕਿ 100 ਏਕੜ ਤੋਂ ਘੱਟ ਨਹੀਂ ਉਰੇ ਕਲੋਨੀ ਪਾਸ ਹੋਣੀ, 50 ਏਕੜ ਤੋਂ ਘੱਟ ਨਹੀਂ ਹੋਣੀ, 25 ਏਕੜ ਤੋਂ ਘੱਟ ਨਹੀਂ ਹੋਣੀ। ਮਤਲਬ ਕਿ ਜਿਹੜਾ 2 ਕਿੱਲੇ 4 ਕਿੱਲੇ ਦਾ ਮਾਲਕ ਹੈ ਉਹਦੀ ਕਮਰਸ਼ੀਅਲ ਜ਼ੋਨ ਦੇ ਵਿੱਚ ਆ ਗਈ, ਤੁਹਾਡਾ ਆਪਣਾ ਮਾਸਟਰ ਪਲਾਨ ਕਹਿੰਦਾ ਹੈ ਕਿ ਇੱਥੇ ਕਮਰਸ਼ੀਅਲ ਅਲਾਊਡ ਹੈ, ਉਹ ਆਪਣੀ ਚੇਂਜ ਆਫ ਲੈਂਡ ਯੂਜ਼ ਫੀਸ ਵੀ ਜ਼ਿਮੀਂਦਾਰ ਭਰਨ ਨੂੰ ਤਿਆਰ ਹੈ। ਲੇਕਿਨ ਪਾਲਿਸੀਆਂ ਐਸੀਆਂ ਨੇ ਕਿ ਉਹਦੇ ਪਾਸ ਕੋਈ ਚਾਰਾ ਨਹੀਂ ਰਹਿੰਦਾ ਕਿ ਉਹ ਬਿਲਡਰ ਜਾਂ ਕੋਲੋਨਾਈਜ਼ਰ ਨੂੰ ਵੇਚੇ। ਔਰ ਕਿਉਂਕਿ ਉਹ ਪੋਜੀਸ਼ਨ ਆਫ ਸਟਰੈਂਥ 'ਚ ਹੈ, ਬਾਕੀਆਂ ਨੇ ਲੈ ਲਈ, ਉਹ ਇਕੱਲਾ ਰਹਿ ਗਿਆ। ਔਰ ਪਾਲਿਸੀ ਇੱਥੋਂ ਤੱਕ ਵੀ ਕਹਿੰਦੀ ਹੈ ਕਿ ਇੱਕ ਪ੍ਰੋਜੈਕਟ ਵਾਸਤੇ ਜੇ 90% ਲੋਕਾਂ ਨੇ ਉਹਨੂੰ ਦੇ ਦਿੱਤੀ ਹੈ ਜ਼ਮੀਨ, ਤਾਂ 10% ਨੂੰ ਸਰਕਾਰ ਕੰਪਲਸਰੀ ਲੈਂਡ ਐਕੁਜ਼ੀਸ਼ਨ ਲਾਅ ਦੇ ਵਿੱਚ ਅਕਵਾਇਰ ਕਰਕੇ ਐਟ ਦੀ ਐਕਸਪੈਂਸ ਆਫ ਦੀ ਕੋਲੋਨਾਈਜ਼ਰ ਦੇਗੀ। ਸੋ ਮੈਂ ਇਹ ਸਮਝਦਾ ਕਿ ਜਿਹੜੀ ਜੱਦੀ ਪੁਸ਼ਤੀ ਐਗਰੀਕਲਚਰਲ ਲੈਂਡ ਹੈ ਜਾਂ ਉਹ ਐਗਰੀਕਲਚਰਲ ਲੈਂਡ ਜਿਹੜੀ ਕਿ 3 ਸਾਲ ਤੋਂ ਉੱਪਰ ਹੋਲਡ ਕੀਤੀ ਗਈ ਹੈ, ਉਹਦੇ ਉੱਪਰ ਚੇਂਜ ਆਫ ਲੈਂਡ ਯੂਜ਼ ਫੀਸ ਜਾਂ ਤਾਂ ਲੱਗਣੀ ਨਹੀਂ ਚਾਹੀਦੀ, ਅਤੇ ਜੇ ਲੱਗਣੀ ਚਾਹੀਦੀ ਹੈ ਉਹ ਨੋਮੀਨਲ ਲੱਗਣੀ ਚਾਹੀਦੀ ਹੈ, ਤਾਂ ਕਿ ਅਗਰ ਵੱਧਦੇ ਹੋਏ ਸ਼ਹਿਰ ਦੇ ਨਾਲ ਜ਼ਿਮੀਂਦਾਰ ਨੂੰ ਕੋਈ ਫਾਇਦਾ ਹੁੰਦਾ ਹੈ, ਉਹ ਤੁਸੀਂ ਫਾਇਦਾ ਇੱਕ ਟੈਕਸ ਜਾਂ ਫੀਸ ਜਾਂ ਸੈਸ ਦੀ ਸ਼ਕਲ ਦੇ ਵਿੱਚ ਨਾ ਲੈ ਜਾਓ। ਇਹ ਖਾਸ ਤੌਰ 'ਤੇ ਵੱਡੇ ਸ਼ਹਿਰਾਂ ਦੇ ਵਿੱਚ, ਚੰਡੀਗੜ੍ਹ ਦੀ ਪੈਰੀਫਰੀ ਦੇ ਵਿੱਚ, ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਵੀ ਇਹ ਵੱਡਾ ਭਾਰੀ ਮਸਲਾ ਹੈ ਕਿ ਚੇਂਜ ਆਫ ਲੈਂਡ ਯੂਜ਼ ਜ਼ਿਮੀਂਦਾਰ ਨੂੰ ਮਿਲਦਾ ਨਹੀਂ। ਮਿਲਦਾ ਹੈ ਤਾਂ ਸਿਰਫ ਬਿਲਡਰ ਨੂੰ, ਜਿਹੜਾ ਕਿ ਉਹ ਪੈਸੇ ਦੇ ਜ਼ੋਰ ਨਾਲ ਸਾਰੀ ਜ਼ਮੀਨ ਨੂੰ ਇਕੱਤਰਿਤ ਕਰ ਸਕਦਾ ਹੈ।
ਇਸ ਬਾਰੇ ਵੀ ਬੜੇ ਗੰਭੀਰਤਾ ਨਾਲ ਪਬਲਿਕ ਡੋਮੇਨ ਦੇ ਵਿੱਚ ਡਿਸਕਸ਼ਨ ਦੀ ਜ਼ਰੂਰਤ ਹੈ ਮੇਰੇ ਅਨੁਸਾਰ। ਜੇ ਹੁਣ ਆਪਾਂ ਐਗਰੀਕਲਚਰ ਮਾਰਕੀਟਿੰਗ ਦੀ ਗੱਲ ਕਰੀਏ, ਇਹ ਜਿਹੜੀ ਸਰਕਾਰੀ ਮੰਡੀਆਂ ਨੇ ਇਹਨਾਂ ਨੂੰ ਰੈਗੂਲੇਟਡ ਮਾਰਕੀਟ ਕਿਹਾ ਜਾਂਦਾ ਹੈ। ਇਸ 'ਚ ਵੇਮੈਂਟ ਤੇ ਪੇਮੈਂਟ ਦੀ ਗਰੰਟੀ ਹੈ, ਕਿੰਨਾ ਵਿਕਿਆ, ਕਿਹਨੇ ਖਰੀਦਿਆ, ਉਹਦੀ ਪੇਮੈਂਟ ਦੀ ਸਰਕਾਰੀ ਏਜੰਸੀ ਜਾਂ ਆੜਤੀ ਦੇ ਥਰੂ ਉਹ ਸਾਰੀ ਗਰੰਟੀ ਹੈ। ਡੀਰੈਗੂਲੇਸ਼ਨ ਦੇ ਨਾਂ ਥੱਲੇ ਆਪਾਂ ਇਹ ਪ੍ਰਪੋਜ਼ ਕਰਤਾ ਕਿ ਕੋਈ ਮਰਜ਼ੀ ਬੰਦਾ ਆਪਣਾ ਪੈਨ ਕਾਰਡ ਦੇ ਕੇ ਜਿੰਸ ਜਿਹੜੀ ਹੈ ਉਹਦੇ ਕਿਸਾਨ ਦੇ ਖੇਤ 'ਚੋਂ ਚੱਕ ਸਕਦਾ। ਕਹਿਣ ਨੂੰ ਕੀ ਹੈ ਕਿ ਜੀ ਤੁਹਾਨੂੰ ਉੱਥੇ ਲੈ ਕੇ ਜਾਣ ਦੀ ਲੋੜ ਨਹੀਂ, ਟਰਾਂਸਪੋਰਟੇਸ਼ਨ ਜਿਹੜੇ ਤੁਹਾਡੇ ਚਾਰਜਿਸ ਨੇ, ਟਰਾਂਸਪੋਰਟੇਸ਼ਨ ਤੁਹਾਡੇ ਚਾਰਜਿਸ ਨੇ ਉਹ ਬਚਦੇ ਨੇ ਤੁਹਾਨੂੰ। ਉੱਥੇ ਢੁਆਈ, ਪੱਖਾ ਲਵਾਈ, ਲੇਬਰ, ਬੋਰੀਆਂ 'ਚ ਪਾਉਣਾ, ਇੱਥੇ ਬੰਦਾ ਆ ਰਿਹਾ ਤੁਹਾਨੂੰ ਪੈਸੇ ਦੇ ਰਿਹਾ ਤੇ ਲੈ ਕੇ ਜਾ ਰਿਹਾ, ਤੇ ਉਹ ਮੰਡੀ ਫੀਸ, ਇਨਫਰਾਸਟ੍ਰਕਚਰ ਸੈਸ ਉਹ ਵੀ ਨਹੀਂ ਲੱਗਣਾ। ਤੁਸੀਂ ਇਹ ਦੇਖੋ ਕਿ ਜਿੱਥੇ ਤਾਂ ਇੱਕ ਪਾਸੇ ਵੱਡਾ ਕਾਰਪੋਰੇਟ ਤੇ ਛੋਟਾ ਕਿਸਾਨ ਹੈ, ਉੱਥੇ ਤਾਂ ਅਸੀਂ ਕਹਿੰਦੇ ਹਾਂ ਕਿ ਕੋਈ ਰੈਗੂਲੇਸ਼ਨ ਦੀ ਜ਼ਰੂਰਤ ਨਹੀਂ ਤੇ ਟੈਕਸ ਵੀ ਘੱਟ ਹੈ। ਹੁਣ ਤੁਸੀਂ ਮੈਨੂੰ ਦੱਸੋ, ਜਿਹੜੀ ਲਿਸਟਡ ਕੰਪਨੀਆਂ ਦੇ ਸ਼ੇਅਰ ਨੇ, ਇਕੁਇਟੀ ਸ਼ੇਅਰਸ ਨੇ, ਉਹ ਕਾਨੂੰਨ ਸਾਡਾ ਕਹਿੰਦਾ ਹੈ ਕਿ ਉਹਨਾਂ ਦੀ ਖਰੀਦੋ ਫਰੋਖਤ ਜਿਹੜੀ ਹੈ ਅਪਰੂਵਡ ਸਟਾਕ ਐਕਸਚੇਂਜ ਦੇ ਜ਼ਰੀਏ ਹੀ ਹੋਣੀ ਚਾਹੀਦੀ ਹੈ। ਭਾਰਤ ਦੇ ਵਿੱਚ ਨੈਸ਼ਨਲ ਸਟਾਕ ਐਕਸਚੇਂਜ ਡੋਮੀਨੈਂਟ ਪਲੇਅਰ ਹੈ ਤੇ ਸ਼ਾਇਦ ਬੰਬੇ ਸਟਾਕ ਐਕਸਚੇਂਜ ਦੂਜੇ ਨੰਬਰ 'ਤੇ ਹੋਵੇ। ਸੋ ਤੁਸੀਂ ਕਿਸੇ ਵੀ ਕੰਪਨੀ ਦਾ, ਲਿਸਟਡ ਕੰਪਨੀ ਦਾ ਸ਼ੇਅਰ ਖਰੀਦਣਾ ਜਾਂ ਵੇਚਣਾ ਹੈ ਤਾਂ ਉਸ ਸਟਾਕ ਐਕਸਚੇਂਜ ਦੇ ਜ਼ਰੀਏ ਵੇਚਣਾ, ਉੱਥੋਂ ਦੇ ਰਜਿਸਟਰਡ ਬ੍ਰੋਕਰ ਦੇ ਜ਼ਰੀਏ ਵੇਚਣਾ। ਪੇਮੈਂਟ ਆਉਣੀ ਹੈ, ਪੇਮੈਂਟ ਦੇਣੀ ਹੈ, ਉਹਨੂੰ ਦੇਣੀ ਹੈ ਬ੍ਰੋਕਰ ਨੂੰ। ਸ਼ੇਅਰ ਸਰਟੀਫਿਕੇਟ ਜਿਹੜੇ ਨੇ ਤੁਹਾਡੇ ਉਹ ਡੀਮੈਟ ਸ਼ਕਲ ਦੇ ਵਿੱਚ ਆਉਣੇ ਨੇ ਤੇ ਤਾਂ ਵੀ ਉਸੇ ਬ੍ਰੋਕਰ ਦੇ ਸ਼ਕਲ 'ਚ ਆਉਣੇ ਨੇ, ਤੇ ਦੇਣੇ ਨੇ ਤੇ ਤਾਂ ਵੀ ਉਸੇ ਤਰ੍ਹਾਂ ਦੇਣੇ ਨੇ। ਹੁਣ ਇੱਥੇ ਵੱਡੀਆਂ ਵੱਡੀਆਂ ਕੰਪਨੀਆਂ, ਖਰੀਦਣ ਵਾਲੇ ਮਿਊਚੁਅਲ ਫੰਡ, ਇਨਵੈਸਟਮੈਂਟ ਬੈਂਕਰਸ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਫੋਰਨ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਉਸ ਤਰ੍ਹਾਂ ਦੇ ਜਿਹੜੇ ਪਲੇਅਰਸ ਨੇ ਉਹਨਾਂ ਵਾਸਤੇ ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਰੈਗੂਲੇਟਡ ਮਾਰਕੀਟ ਦੇ ਵਿੱਚ ਜਾਓ। ਔਰ ਉੱਥੇ ਅਗਰ ਰੈਗੂਲੇਟਡ ਮਾਰਕੀਟ ਦੇ ਵਿੱਚ ਸ਼ੇਅਰ ਖਰੀਦੇ ਵੇਚੇ ਜਾਂਦੇ ਨੇ ਤਾਂ ਟੈਕਸੇਸ਼ਨ ਰੇਟ ਕੈਪੀਟਲ ਗੇਨਸ ਦਾ, ਸਿਕਿਉਰਿਟੀ ਟ੍ਰਾਂਜੈਕਸ਼ਨ ਟੈਕਸ ਪਾ ਪੂ ਕੇ ਵੀ ਬਹੁਤ ਘੱਟ ਬਣਦਾ। ਜੇ ਤੁਸੀਂ ਕਹੋ ਕਿ ਮੈਂ ਤਾਂ ਜੀ ਆਹ ਚੈੱਕ ਕੱਟਿਆ ਤੇ ਡੀਮੈਟ 'ਚ ਆਪਣੇ ਸ਼ੇਅਰ ਦੇਤੇ, ਕਾਇਦੇ ਮੁਤਾਬਕ ਉਹ ਗੈਰ ਕਾਨੂੰਨੀ ਨਹੀਂ ਹੈ, ਲੇਕਿਨ ਉੱਥੇ ਕੈਪੀਟਲ ਗੇਨ ਟੈਕਸ ਵੱਧ ਹੈ। ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਤਾਂ ਸਟਾਕ ਐਕਸਚੇਂਜ ਹੈ ਉੱਥੇ ਤਾਂ ਟੈਕਸ ਇਨਸੈਂਟਿਵ ਇਹ ਹੈ ਕਿ ਤੁਸੀਂ ਸਟਾਕ ਐਕਸਚੇਂਜ ਜਿਹੜੀ ਰੈਗੂਲੇਟਡ ਮਾਰਕੀਟ ਹੈ ਉਹਦੇ ਜ਼ਰੀਏ ਸਾਰੀਆਂ ਟ੍ਰਾਂਜੈਕਸ਼ਨਸ ਕਰੋ। ਜੇ ਇੱਕੋ ਦੁੱਕਾ ਬਾਹਰ ਕਰਨੀਆਂ ਤੁਹਾਨੂੰ ਟੈਕਸ ਜ਼ਿਆਦਾ ਠੁਕੂਗਾ। ਤੇ ਇਹ ਜਿਹੜਾ ਕਿਸਾਨਾਂ ਵਾਸਤੇ ਹੈ, ਜਿੱਥੇ ਡਿਫਰੈਂਸ ਇਨ ਦੀ ਨੌਲੇਜ, ਡਿਫਰੈਂਸ ਇਨ ਦੀ ਇਨਫੋਰਮੇਸ਼ਨ, ਡਿਫਰੈਂਸ ਇਨ ਲੀਗਲ ਕੈਪੈਸਿਟੀ ਉਹ ਬੇਸ਼ੁਮਾਰ ਹੈ, ਉੱਥੇ ਤਾਂ ਬਰਾਬਰ ਦੇ ਪਲੇਅਰ ਨੇ, ਬਰਾਬਰ ਦੇ ਭਲਵਾਨ ਨੇ। ਇੱਥੇ ਆਪਾਂ ਕਹਿੰਦੇ ਹਾਂ ਕਿ ਜੀ ਇੱਥੇ ਟੈਕਸ ਘੱਟ ਹੋਊਗਾ। ਸੋ ਵੀ ਆਰ ਟਰਾਈਂਗ ਟੂ ਪੁਸ਼ ਐਜ਼ ਅ ਪੋਲਿਸੀ ਮੇਜਰ people from a regulated market to a deregulated market. ਸੋ ਇਹ ਦੋਹਾਂ ਦੇ ਵਿੱਚ ਮੈਨੂੰ ਆਈਡੀਓਲੋਜੀਕਲ ਡਿਫਰੈਂਸ ਜਾਂ ਫਰੋਮ ਐਨ ਐਫੀਸ਼ੀਐਂਸੀ ਪਰਸਪੈਕਟਿਵ ਜਾਂ ਫਰੋਮ ਐਨ ਇਕਨੋਮਿਕ ਪਰਸਪੈਕਟਿਵ ਕੋਈ ਸਮਝਵਾ ਦੇ ਕਿ ਸ਼ੇਅਰ ਸਰਟੀਫਿਕੇਟਾਂ ਦੀ ਜਿਹੜੀ ਖਰੀਦੋ ਫਰੋਖਤ ਹੈ ਉਹ ਤਾਂ ਰੈਗੂਲੇਟਡ ਮਾਰਕੀਟ 'ਚ ਟਾਈਟਲੀ ਰੈਗੂਲੇਟਡ ਹੋਣੀ ਚਾਹੀਦੀ ਹੈ, ਅਤੇ ਆਹ ਜਿਹੜੀ ਕਿਸਾਨ ਦੀ ਜਿੰਸ ਹੈ ਇਹ ਟੋਟਲੀ ਡੀਰੈਗੂਲੇਟਡ ਹੋਣੀ ਚਾਹੀਦੀ ਹੈ। ਅਲੱਗ ਗੱਲ ਹੈ ਕਿ ਗੱਲਾਂ ਬਾਤਾਂ 'ਚ ਉਹਨਾਂ ਨੇ ਕਿਹਾ, ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ, ਕਿ ਇਸ ਚੀਜ਼ ਨੂੰ ਅਸੀਂ ਥੋੜ੍ਹਾ ਸੁਝਾਅ ਮੰਨਣ ਲਈ ਤਿਆਰ ਹਾਂ। ਪਰ ਤੁਸੀਂ ਇਹ ਦੇਖੋ ਕਿ ਇਹ ਬੜੀ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਇਹ ਇੱਕ ਡਬਲ ਸਟੈਂਡਰਡ ਨਹੀਂ ਤਾਂ ਘੱਟੋ ਘੱਟ ਇਹ ਇੱਕ ਅਨੋਮਲੀ ਜ਼ਰੂਰ ਹੈ ਜਿਹੜੀ ਐਡਰੈਸ ਹੋਣੀ ਚਾਹੀਦੀ ਹੈ। ਕਿਉਂਕਿ ਅਗਰ ਮਾਰਕੀਟ ਰੈਗੂਲੇਟਡ ਹੋਏਗੀ, ਤੁਹਾਡੇ ਕੋਲ ਅੰਕੜੇ ਵੀ ਆਉਣਗੇ, ਸਟੈਟਿਸਟਿਕਸ ਵੀ ਆਉਣਗੀਆਂ, ਝਗੜੇ ਵੀ ਘੱਟ ਹੋਣਗੇ, ਪੇਮੈਂਟ ਦੀ ਗਰੰਟੀ ਵੀ ਹੈ, ਔਰ ਤੁਹਾਡੀ ਜਿਹੜੀ ਜਿੰਸ ਦੀ ਸੰਭਾਲ ਹੈ ਉਹ ਵੀ ਬਿਹਤਰ ਹੋ ਸਕਦੀ ਹੈ। ਫਿਰ ਆਮ ਤੌਰ 'ਤੇ ਜਿਹੜੇ ਫਰੀ ਮਾਰਕੀਟ ਇਕਨੋਮਿਕਸ ਦੀ ਗੱਲ ਕਰਦੇ ਨੇ, ਕਹਿੰਦੇ ਸਰਕਾਰ ਦਾ ਦਖਲ ਨਹੀਂ ਹੋਣਾ ਚਾਹੀਦਾ, ਮਿਨੀਮਮ ਸਪੋਰਟ ਪ੍ਰਾਈਸ ਨਹੀਂ ਹੋਣੀ ਚਾਹੀਦੀ, ਮਾਰਕੀਟ ਫੋਰਸਿਸ ਡਿਟਰਮਿਨ ਕਰਨੇ ਚਾਹੀਦੇ ਨੇ। ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਵੀ ਨਾ ਉਹ ਵਿਚਾਰਾ ਹੋਲਡ ਕਰ ਸਕੇ, ਦ ਪ੍ਰੋਡਿਊਸ ਇਜ਼ ਸਬਜੈਕਟ ਟੂ ਡੀਕੇ। ਔਰ ਉਸ ਤੋਂ ਇਲਾਵਾ ਜਿਹੜੀ ਇੰਪੋਰਟ ਅਤੇ ਐਕਸਪੋਰਟ ਹੈ ਉਹ ਸਾਰੀ ਦੀ ਸਾਰੀ ਕੇਂਦਰ ਸਰਕਾਰ ਦੇ ਹੱਥ 'ਚ ਹੈ। ਜਦੋਂ ਮਾਰਕੀਟ ਫੋਰਸਿਸ ਐਸੀਆਂ ਹੁੰਦੀਆਂ ਨੇ, ਤੁਹਾਨੂੰ ਲੱਗਦਾ ਹੈ ਕਿ ਦੇਸ਼ ਦੇ ਵਿੱਚ ਲੋੜ ਹੈ, ਅਤੇ ਇੰਟਰਨੈਸ਼ਨਲ
ਪ੍ਰਾਈਸਿਸ ਵਧੀਆਂ ਹੋਈਆਂ ਨੇ, ਉੱਥੇ ਜਿਹੜੀ ਐਕਸਪੋਰਟ ਡਿਊਟੀ ਲੱਗ ਜਾਂਦੀ ਹੈ, ਐਕਸਪੋਰਟ ਦੀ ਇਜਾਜ਼ਤ ਹੀ ਨਹੀਂ ਹੁੰਦੀ। ਸੋ ਕਹਿਣ ਨੂੰ ਤਾਂ ਭਾਵੇਂ ਇਹ ਹੈ ਕਿ ਜੀ ਇਹ ਕੰਜ਼ਿਊਮਰ ਨੂੰ ਬਚਾਉਣ ਵਾਸਤੇ ਹੈ, ਭੁੱਖਮਰੀ ਨਾ ਮੁਲਕ 'ਚ ਹੋ ਜੇ, ਲੇਕਿਨ ਉਹਦਾ ਨੁਕਸਾਨ ਕਿਹਨੂੰ ਹੈ? ਉਹਦਾ ਨੁਕਸਾਨ ਕਿਸਾਨ ਨੂੰ ਹੈ, ਕਿਉਂਕਿ ਅਗਰ ਉਹ ਇੰਟਰਨੈਸ਼ਨਲ ਮਾਰਕੀਟ 'ਚ ਉਹਦੀ ਪ੍ਰੋਡਿਊਸ ਜਾ ਸਕਦੀ ਤਾਂ ਬੇਸ਼ੱਕ ਚਾਹੇ ਟਰੇਡਰ ਚੱਕਦਾ, ਉਹਨੂੰ ਮੁੱਲ ਵੱਧ ਮਿਲਣਾ ਸੀ। ਐਸੇ ਤਰ੍ਹਾਂ ਇੰਪੋਰਟ ਵਾਲੀ ਗੱਲ ਹੈ, ਇੰਪੋਰਟ ਡਿਊਟੀ ਲਾਉਣੀ ਨਾ ਲਾਉਣੀ ਇਹ ਵੀ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਹੈ। ਸੋ ਜਦੋਂ ਆਪਾਂ ਕਹਿੰਦੇ ਹਾਂ ਕਿ ਜੀ ਫ੍ਰੀ ਮਾਰਕੀਟਸ, ਦੁਨੀਆ ਦੇ ਵਿੱਚ ਕਿਤੇ ਵੀ ਟੋਟਲੀ ਫ੍ਰੀ ਮਾਰਕੀਟ ਨਹੀਂ ਹੈ। ਚਾਹੇ ਕਸਟਮ ਡਿਊਟੀ ਹੈ, ਚਾਹੇ IGST ਹੈ, ਚਾਹੇ ਕਿਸੇ ਕਿਸਮ ਦਾ ਐਕਸਪੋਰਟ ਕੋਟਾ ਹੈ, ਲਾਇਸੈਂਸ ਹੈ, ਉਹ ਸਾਰਿਆਂ 'ਤੇ ਪਾਬੰਦੀਆਂ ਨੇ। ਔਰ ਖ਼ਾਸ ਤੌਰ 'ਤੇ ਇਹ ਪਾਬੰਦੀਆਂ ਜਦੋਂ ਐਗਰੀਕਲਚਰ ਪ੍ਰੋਡਿਊਸ 'ਤੇ ਨੇ, ਤੇ ਫਿਰ ਆਪਾਂ ਕਹੀਏ ਕਿ ਜੀ ਨਹੀਂ ਅਸੀਂ ਥੱਲੜੇ ਪਾਸੇ ਦਾ ਖੁੱਲ੍ਹ ਖੇਡ ਦੇਣ ਲੱਗੇ ਹਾਂ, ਇਹ ਰੈਸ਼ਨਲੀ ਮੈਨੂੰ ਕਨਵਿੰਸਿੰਗ ਨਹੀਂ ਲੱਗਦਾ। ਬਾਕੀ ਹੁਣ ਆਪਾਂ ਉਹ ਗੱਲਾਂ ਛੱਡੋ, ਤੁਸੀਂ ਗੰਨੇ ਦੀ ਜਾਂ ਸ਼ੂਗਰ ਕੇਨ ਦੀ ਗੱਲ ਲੈ ਲਓ ਕਿ ਕਰੋੜਾਂ ਦੇ ਹਿਸਾਬ ਦੇ ਨਾਲ UP ਵਰਗੇ ਸਟੇਟ ਨੂੰ ਵਿੱਚ ਪਾ ਲਈਏ ਤਾਂ ਸ਼ਾਇਦ ਅਰਬਾਂ ਦੇ ਹਿਸਾਬ ਦੇ ਨਾਲ ਪੰਜਾਬ ਉਸ 'ਚ ਸ਼ਾਮਲ ਹੈ ਕਿ ਪ੍ਰਾਈਵੇਟ ਮਿੱਲ, ਕੋਆਪਰੇਟਿਵ ਮਿੱਲ, ਕਹਿਣ ਨੂੰ ਸਰਕਾਰੀ ਮਿੱਲ ਕਹਿ ਲਓ, ਹੈ ਕੋਆਪਰੇਟਿਵ ਮਿੱਲ, ਉਹਨਾਂ ਨੇ ਗੰਨਾ ਚੱਕਿਆ, ਗੰਨਾ ਚੱਕ ਕੇ ਚੀਨੀ ਬਣਾਈ, ਚੀਨੀ ਵੇਚੀ, ਵੱਧ ਵੇਚੀ ਘੱਟ ਵੇਚੀ, ਲੈਵੀ ਸੀ, ਕੇਂਦਰ ਸਰਕਾਰ ਦੀ ਪਾਲਿਸੀ ਸੀ। ਉਹ ਪਾਲਿਸੀ ਇਨਵਾਇਰਨਮੈਂਟ ਪਹਿਲਾਂ ਤੁਹਾਡੇ ਸਾਹਮਣੇ ਸੀ, ਅੱਖਾਂ ਮੀਚ ਕੇ ਤੁਸੀਂ ਉਹ ਲਿੱਤੀ ਹੈ, ਉਹਨੂੰ ਸ਼ੂਗਰ ਦਾ ਤੁਸੀਂ ਕੰਟੈਂਟ ਕੱਢਿਆ। ਅਤੇ ਮੈਨੂੰ ਦੱਸੋ ਕਿ ਕੀ ਵਜ੍ਹਾ ਹੈ ਕਿ ਜ਼ਿਮੀਂਦਾਰ ਨੂੰ ਉਹਦੀ ਪੇਮੈਂਟ ਨਾ ਹੋਵੇ? ਇਹ ਇੱਕ ਡੀਰੈਗੂਲੇਟਡ ਮਾਰਕੀਟ ਦਾ ਇੱਕ ਨਜ਼ਾਰਾ ਹੈ ਜਿਹੜਾ ਆਪਾਂ ਕਹਿੰਦੇ ਹਾਂ। ਉਹ ਕਹਿੰਦੇ ਆ ਲਈ ਯਾਰ ਉੱਥੇ ਪਹੁੰਚਾ ਕੇ ਮੇਰੇ ਤੋਂ ਚੈੱਕ ਕਟਾ ਕੇ ਲੈ ਜਾ, ਉਹ ਚੈੱਕ ਬਾਊਂਸ ਹੋ ਗਿਆ, ਅੱਜ ਦਿੰਦੇ ਹਾਂ, ਕੱਲ੍ਹ ਦਿੰਦੇ ਹਾਂ, ਅਤੇ ਤੁਸੀਂ ਮੁੜ ਕੇ ਦਰ ਦਰ ਭਟਕਦੇ ਫਿਰੋ। ਸੋ ਇਹ ਗੱਲਾਂ ਜਿਹੜੀਆਂ ਦੇਖਣ ਵਾਲੀਆਂ ਨੇ ਕਿ ਇਤਨਾ ਆਸਾਨ ਨਹੀਂ ਹੈ ਕਿ ਇਹ ਰੈਗੂਲੇਟਡ ਮਾਰਕੀਟ ਦੇ ਵਿੱਚ ਗਰੰਟੀਡ ਪੇਮੈਂਟ ਜਿਹੜੀ ਹੈ ਉਹ ਕਿਉਂ ਨਹੀਂ ਹੈ। ਔਰ ਉਹ ਸ਼ੂਗਰ ਕੇਨ ਦੇ ਜਿਹੜੇ ਡਿਊਜ਼ ਨੇ ਤੁਹਾਡੇ ਸਾਹਮਣੇ ਨੇ, ਸਰਕਾਰ ਉਪਰਾਲੇ ਕਰ ਰਹੀ ਹੈ, ਸ਼ਲਾਘਾਯੋਗ ਹੈ ਇਹ ਚੀਜ਼। ਪਰ ਇਹ ਦੇਖੋ ਕਿ ਅਗਰ ਕਿਸਾਨ ਦੀ ਜਿੰਸ ਦੀ ਪੇਮੈਂਟ ਦੀ ਗਰੰਟੀ ਨਹੀਂ ਹੈ ਤਾਂ ਉਹ ਸਾਰੀ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਵੀ ਉਹ ਭਿਖਾਰੀ ਦੀ ਤਰ੍ਹਾਂ, ਇੱਕ ਮੰਗਦੇ ਦੀ ਤਰ੍ਹਾਂ ਉਹ ਸ਼ੂਗਰ ਮਿੱਲਾਂ ਦੇ ਚੱਕਰ ਕੱਟਦਾ ਰਹਿੰਦਾ ਹੈ। ਔਰ ਉਹਨਾਂ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ, ਉਹਨਾਂ ਦੇ ਜਿਹੜੇ ਡਾਇਰੈਕਟਰ ਨੇ, ਪ੍ਰਾਈਵੇਟ ਕੰਪਨੀਆਂ ਦੇ CMD ਨੇ, ਉਹਨਾਂ ਨੇ ਅੱਡ ਅੱਡ ਲਿਮਟਿਡ ਕੰਪਨੀਆਂ ਬਣਾ ਕੇ, ਸ਼ਾਇਦ ਕਿਸੇ ਨੇ ਡਿਸਟਿਲਰੀ ਲਾਈ ਹੈ, ਕਿਸੇ ਨੇ ਬੋਟਲਿੰਗ ਪਲਾਂਟ ਲਾਏ ਨੇ, ਕੋਈ ਸ਼ੂਗਰ ਅਤੇ ਮੋਲੈਸਿਸ ਤੋਂ ਬਣਾਉਂਦਾ ਹੈਗਾ ਸਪਿਰਿਟ, ਕੋਈ ਇੰਡਸਟਰੀਅਲ ਐਲਕੋਹਲ ਬਣਾ ਰਿਹਾ ਹੈ। ਉਹ ਉਹਨਾਂ ਦੇ ਕੰਮ ਚੱਲ ਰਹੇ ਨੇ, ਪ੍ਰੋਫਿਟੇਬਲ ਧੰਦੇ ਨੇ। ਲੇਕਿਨ ਜਿੱਥੇ ਗੱਲ ਆਉਂਦੀ ਹੈ ਕਿਸਾਨ ਦੀ ਦੇਣ ਦੀ, ਕਿਸਾਨ ਨੂੰ ਉਹਦੀ ਅਦਾ ਕਰਨ ਦੀ ਕੀਮਤ ਜਿਹੜੀ ਤੁਸੀਂ ਆਪ ਖਰੀਦੀ ਹੈ, ਉਸ ਵਾਸਤੇ ਉਹਨਾਂ ਕੋਲ ਪੈਸਾ ਨਹੀਂ। ਦੋਸਤੋ, ਗੱਲਾਂ ਕਰਨ ਵਾਲੀਆਂ ਹੋਰ ਵੀ ਨੇ, ਸ਼ਾਇਦ ਇਹ ਵੀਡੀਓ ਜ਼ਿਆਦਾ ਲੰਬੀ ਖਿੱਚੀ ਗਈ ਔਰ ਉਹਨਾਂ ਵਾਸਤੇ ਆਪਾਂ ਦੂਜੀ ਵੀਡੀਓ 'ਚ ਗੱਲਾਂ ਕਰਾਂਗੇ ਵੀ। ਲੇਕਿਨ ਮੁੜ ਕੇ ਗੱਲ ਜਿਹੜੀ ਆਉਂਦੀ ਹੈ ਉਹ ਇਹ ਹੈ, ਜੇ ਆਪਾਂ ਸਮਰਾਈਜ਼ ਕਰੀਏ, ਕਿ ਇਹ ਜਿਹੜੇ 3 ਕਾਨੂੰਨ ਨੇ ਇਹ ਤਾਂ ਫੌਰੀ ਤੌਰ 'ਤੇ ਰੱਦ ਹੋਣੇ ਹੀ ਚਾਹੀਦੇ ਨੇ। ਬਾਕੀ ਗੱਲਾਂ ਵੀ ਆਪਾਂ ਤੁਹਾਨੂੰ ਦੱਸੀਆਂ ਕਿ ਜਿਹੜਾ ਜ਼ਿਮੀਂਦਾਰ ਹੈ, ਕਿਸਾਨ ਹੈ, ਉਹਨੂੰ ਕਿਸ ਤਰ੍ਹਾਂ ਟੈਕਸੇਸ਼ਨ ਡਾਇਰੈਕਟਲੀ, ਇਨਡਾਇਰੈਕਟਲੀ, ਕਈ ਵਾਰੀ ਤਾਂ ਮੈਂ ਉਹਦੀ ਕੌਨਸਟੀਟਿਊਸ਼ਨਲ ਵੈਲਿਡਿਟੀ ਵੀ ਚੈਲੰਜ ਕਰਦਾ, ਉਹਦੇ ਮੁਤਾਬਕ ਹੋ ਰਿਹਾ। ਭੱਜ ਉਹ ਕਿਤੋਂ ਸਕਦਾ ਨਹੀਂ ਹੈ। ਵੱਡੇ ਵੱਡੇ ਸਰਮਾਏਦਾਰ ਲਿਮਿਟਿਡ ਕੰਪਨੀਆਂ ਦੀ ਆੜ ਲੈ ਕੇ ਦੁਆਲਾ ਕੱਢ ਜਾਂਦੇ ਨੇ। ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਸਪੈਕਟਰਮ ਡਿਊਜ਼ ਜਿਹੜੇ ਨੇ 10-10 ਹਜ਼ਾਰ ਕਰੋੜ ਦੇ ਜਿਹੜੇ ਨੇ, ਸੁਪਰੀਮ ਕੋਰਟ ਆਰਡਰਾਂ ਦੇ ਬਾਵਜੂਦ ਉਹਨੂੰ ਸਰਕਾਰ, ਕੇਂਦਰ ਸਰਕਾਰ ਰਿਕਵਰ ਨਹੀਂ ਕਰ ਪਾ ਰਹੀ। ਔਰ ਅਗਰ ਕਿਤੇ ਡਿਫਾਲਟ ਕਰ ਜਾਂਦੇ ਨੇ ਵੱਡੇ ਵੱਡੇ ਸਰਮਾਏਦਾਰ, ਰਿਜ਼ਰਵ ਬੈਂਕ ਆਫ ਇੰਡੀਆ ਉਹਨਾਂ ਵਾਸਤੇ ਡੈਟ ਰੀਸਟਰਕਚਰਿੰਗ, ਉਹਨਾਂ ਦੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ, ਦੂਜਾ ਤੀਜਾ ਬੈਂਕਿੰਗ ਕੋਡ ਦੇ ਵਿੱਚ, ਮਤਲਬ ਲਿੱਤਾ ਤੁਸੀਂ 1000 ਕਰੋੜ ਰੁਪਇਆ, ਵਿਆਜ ਪਾ ਕੇ ਉਹ 1500 ਹੋ ਗਿਆ, ਲੇਕਿਨ ਬੰਦਾ 500 ਦੇ ਨਾਲ ਖਹਿੜਾ ਛਡਾਉਂਦਾ ਹੈ। ਔਰ ਇੱਥੋਂ ਤੱਕ ਵੀ ਹੋਇਆ ਕਿ ਉਹੀ ਮਾਲਕ ਦੂਸਰੇ ਰੂਪ ਦੇ ਵਿੱਚ ਉਹ ਡਿਸਟਰੈਸਡ ਐਸੈਟ ਖਰੀਦਦੇ ਨੇ। ਸੋ ਇਸ ਕਰਕੇ ਜਿੱਥੇ ਸਾਡਾ ਵਿਚਾਰਾ ਕਿਸਾਨ, ਉਹਨੂੰ ਮਾੜਾ ਮੋਟਾ ਕੋਈ ਕਰਜ਼ੇ ਮਾਫੀ ਦੀ ਗੱਲ ਆਉਂਦੀ ਹੈ ਤਾਂ ਸਾਰੇ ਉਹਨੂੰ ਸਬਸਿਡੀ, ਕਿ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ ਢਾਂਚਾ ਖਰਾਬ ਹੋ ਜਾਊਗਾ, ਸਰਕਾਰ ਦਾ ਫਿਸਕਲ ਇੰਬੈਲੈਂਸ ਹੋ ਜਾਊਗਾ।
ਤੇ ਉਹ ਜਿਹੜੇ ਵੱਡੇ ਵੱਡੇ ਸਰਮਾਏਦਾਰ ਨੇ ਔਰ ਦੂਜੀਆਂ ਕੰਪਨੀਆਂ ਦੇ ਵਿੱਚ ਉਹ 10,000s ਆਫ ਕਰੋੜ ਦਾ ਲੋਨ ਉਹਨਾਂ ਦਾ ਚੱਲ ਰਿਹਾ, ਉਹਨਾਂ ਨੂੰ ਨਵੇਂ ਲੋਨ ਸੈਂਕਸ਼ਨ ਹੋ ਰਹੇ ਨੇ। ਪੁਰਾਣਿਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਰਹਿਤਾਂ ਦੇ ਰਹੇ ਹੋ, ਉਹਨਾਂ ਨੂੰ ਰਾਈਟ ਆਫ ਕਰ ਰਹੇ ਹੋ, ਔਰ ਕਈ ਤਾਂ ਭਗੌੜੇ ਵੀ ਹੋ ਗਏ ਲੇਕਿਨ ਧੇਲਾ ਰਿਕਵਰ ਨਹੀਂ ਹੋਇਆ। ਪਰ ਤੁਸੀਂ ਇਹ ਦੇਖੋ, ਇਸ ਕਰਕੇ ਕਿਸਾਨ ਨੂੰ ਇਹ ਪੋਰਟਰੇ ਕਰਨਾ ਕਿ ਇਹ ਤਾਂ ਸਰਕਾਰ ਦੇ ਮਸਤਾਏ ਹੋਏ ਨੇ, ਇਹ ਤਾਂ ਧੱਕਾ ਕਰਦੇ ਨੇ, ਦੇ ਆਰ ਹੋਲਡਿੰਗ ਦ ਨੇਸ਼ਨ ਟੂ ਰੈਂਸਮ, ਇਹ ਸੋਚ ਸਹੀ ਨਹੀਂ ਹੈ। ਕਿਸਾਨ ਤਾਂ ਜਿੱਦਾਂ ਮੈਂ ਵੀਡੀਓ ਦੇ ਸ਼ੁਰੂ 'ਚ ਕਿਹਾ, ਉਹ ਜ਼ਮੀਨ ਦੇ ਨਾਲ ਬੰਨਿਆ ਹੋਇਆ ਹੈ। ਮੈਨੂੰ ਦੱਸੋ ਕੋਈ ਹੋਰ ਬੰਦਾ ਜਾ ਕੇ ਖੇਤੀ ਕਰ ਲੂ? ਮੈਂ ਵੀ ਆਪਣੇ ਆਪ ਨੂੰ ਅਸੀਂ ਕਹੀ ਜੀ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ। ਅੱਜ ਮੈਨੂੰ ਤੁਸੀਂ ਟਰੈਕਟਰ ਚਲਾਉਣ ਨੂੰ ਲਾ ਦਿਓ ਆਪਣੀ ਜੱਦੀ ਪੁਸ਼ਤੀ ਜ਼ਮੀਨ ਦੇ ਵਿੱਚ, ਮੈਂ ਤੋਂ ਨਹੀਂ ਚੱਲਣਾ। ਇਸ ਕਰਕੇ ਉਹ ਕਿਸਾਨ ਜਿਹੜਾ ਭਾਦੋ ਦੀਆਂ ਧੁੱਪਾਂ ਦੇ ਵਿੱਚ ਨਰਮੇ ਦੀ ਗੋਡੀ ਕਰਦਾ, ਕਹਿੰਦੇ ਸਾਧ ਹੋ ਗਿਆ ਸੀ, ਉਹਦਾ ਕੰਮ ਹੋਰ ਕੋਈ ਕਰ ਨਹੀਂ ਸਕਦਾ। ਔਰ ਸਾਡੀ ਜਿਹੜੀ GDP ਕਿਸਾਨੀ ਦੀ ਹੈ ਉਹ ਬੇਸ਼ੱਕ ਘਟਦੀ ਜਾ ਰਹੀ ਹੈ, ਲੇਕਿਨ ਉਹ ਪ੍ਰੋਡਿਊਸ, ਉਹ ਅੰਨ ਜਿਹੜਾ ਹੈ ਪੈਦਾ ਹੋਊਗਾ ਤਾਂ ਹੀ ਤੁਸੀਂ ਖਾਓਗੇ। ਉਹ ਕਈ ਐਸੇ ਬੰਦੇ ਸੀ ਕਹਿੰਦੇ ਜੀ ਮੈਂ ਤਾਂ ਜੀ ਉਹ ਹੈ, ਮੈਂ ਤਾਂ ਨੌਨ ਵੈਜੀਟੇਰੀਅਨ ਬਣ ਜੂਗੀ। ਵੀ ਭਾਈ ਤੁਹਾਡੀ ਜਿਹੜੀ ਮੁਰਗੀ ਆ ਉਹਨੇ ਵੀ ਤਾਂ ਜਿਹੜੇ ਦਾਣੇ ਖਾਣੇ ਨੇ, ਉਹ ਕਿਸੇ ਨੇ ਉਗਾਉਣੇ ਨੇ ਕਿ ਨਹੀਂ? ਸੋ ਇਸ ਕਰਕੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹ ਤਾਂ ਰੱਦ ਹੋਣ ਹੀ ਹੋਣ। ਉਸ ਤੋਂ ਬਾਅਦ ਕਿਸਾਨ ਪੱਖੀ ਕੋਈ ਕਾਨੂੰਨ ਬਣਦਾ ਹੈ, ਬੇਸ਼ੱਕ ਬਣੇ, ਲੇਕਿਨ ਸਾਰਿਆਂ ਨੂੰ ਆਪਾਂ ਨੂੰ ਇਹ ਸੋਚਣਾ ਪੈਣਾ ਹੈ, ਖਾਸ ਤੌਰ 'ਤੇ ਕਿਸਾਨ ਵੀਰਾਂ ਨੂੰ ਵੀ ਸੋਚਣਾ ਪੈਣਾ ਹੈ ਕਿ ਇਸ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਵੀ ਮਸਲੇ ਬਹੁਤ ਨੇ, ਔਰ ਵੀ ਗਮ ਹੈ ਦੁਨੀਆ ਮੇਂ ਮੁਹੱਬਤ ਕੇ ਸਿਵਾ। ਤੁਸੀਂ ਇਹ ਦੇਖੋ ਕਿ ਅੱਜ ਬਿਲ ਫਰਜ਼ ਉਹ ਰੱਦ ਹੋ ਵੀ ਜਾਂਦੇ ਨੇ, ਕੀ ਪੰਜਾਬ ਦਾ ਜਿਹੜਾ ਕਿਸਾਨ ਆ ਖੁਸ਼ਹਾਲ ਹੋ ਜੂ? ਸਾਡਾ ਪਾਣੀ ਦਾ ਮਸਲਾ ਹੱਲ ਹੋ ਗਿਆ, ਸਾਡਾ ਬਿਜਲੀ ਦਾ ਮਸਲਾ ਹੱਲ ਹੋ ਗਿਆ? ਕੀ ਸਾਨੂੰ ਜਿਹੜੇ ਜਾਲੀ ਫਰਟੀਲਾਈਜ਼ਰ ਅਤੇ ਜਿਹੜੇ ਜਾਲੀ ਪੈਸਟੀਸਾਈਡ ਪੰਜਾਬ ਦੇ ਵਿੱਚ ਵਿਕੇ, ਉਹਨਾਂ ਦੇ ਬੰਦਿਆਂ ਨੂੰ ਕਿਤੇ ਸਜ਼ਾਵਾਂ ਮਿਲੀਆਂ? ਆਹ ਜਿਹੜੇ ਟੈਕਸੇਸ਼ਨ ਦੀ ਮੈਂ ਗੱਲ ਕੀਤੀ ਹੈ, ਚਾਹੇ ਸਟੈਂਪ ਡਿਊਟੀ ਹੈ, ਚਾਹੇ ਚੇਂਜ ਆਫ ਲੈਂਡ ਯੂਜ਼ ਹੈ, ਇਹ ਸਾਰੀਆਂ ਦੀਆਂ ਆਪਾਂ ਨੂੰ ਗੱਲਾਂ ਕਰਨੀਆਂ ਪੈਣੀਆਂ ਨੇ। ਸੋ ਇਸ ਕਰਕੇ ਆਪਾਂ ਵਕਤਨ ਫਵਕਤਨ ਮਿਲਾਂਗੇ, ਲੇਕਿਨ ਇਸ ਵੀਡੀਓ ਦਾ ਮਕਸਦ ਸਿਰਫ ਇਹੀ ਸੀ ਕਿ ਇਹ ਕਿਸਾਨੀ ਕਾਨੂੰਨਾਂ ਤੋਂ ਬਿਯੋਂਡ ਵੀ ਮਸਲੇ ਨੇ ਜਿਨ੍ਹਾਂ 'ਤੇ ਅੱਜ ਨਹੀਂ ਤਾਂ ਕੱਲ੍ਹ ਆਪਾਂ ਨੂੰ ਵਿਚਾਰ ਕਰਨਾ ਪੈਣਾ ਹੈਗਾ। ਮੁਹਿੰਮ ਉਹਨਾਂ ਨੇ, ਕਿਸਾਨ ਅੰਦੋਲਨ ਨੇ ਸਹੀ ਰੱਖੀ ਹੈ ਕਿ ਅਰਜਨ ਵਾਂਗੂ ਸਾਡੀ ਜਿਹੜੀ ਅੱਖ ਹੈ ਉਸੇ ਮੱਛੀ 'ਤੇ ਹੈ ਕਿ ਇਹ ਕਾਨੂੰਨ ਰੱਦ ਕਰਾਉਣੇ ਨੇ। ਬਾਕੀ ਗੱਲਾਂ ਬਾਅਦ 'ਚ, ਇਹ ਟੈਕਟੀਕਲੀ ਸਹੀ ਹੈ, ਲੇਕਿਨ ਮੈਂ ਸਮਝਦਾ ਨਾਲ ਹੀ ਨਾਲ ਚਾਹੇ ਇਕੋਨਮਿਸਟ ਨੇ, ਐਕੈਡਮੀਸ਼ੀਅਨਸ ਨੇ, ਇੰਡੀਪੈਂਡੈਂਟ ਐਨਲਿਸਟ ਨੇ, ਬੁੱਧੀਜੀਵੀ ਨੇ, ਕੁਛ ਵੀ ਕਹਿ ਲਓ, ਚਾਹੇ ਕਿਸਾਨਾਂ ਦੇ ਆਪਣਾ ਸੈੱਲ ਹੋਵੇ, ਉਹਨਾਂ ਨੂੰ ਚਾਹੀਦਾ ਕਿ ਇਹਨਾਂ ਬਾਰੇ ਵੀ ਸਾਨੂੰ ਸੋਚ ਵਿਚਾਰ ਕਰਨਾ ਸ਼ੁਰੂ ਚਾਹੀਦਾ, ਤਾਂ ਕਿ ਇਹ ਨਾ ਹੋਵੇ ਕਿ ਉਹ ਕਾਨੂੰਨ ਵੀ ਰੱਦ ਹੋ ਜਾਣ ਅਤੇ ਮੁੜ ਕੇ ਜਿਹੜਾ ਕਿਸਾਨੀ ਦਾ ਹਾਲ ਹੈ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ ਉਹੀ ਦਾ ਉਹੀ ਰਹੇ। ਸੋ ਦੋਸਤੋ, ਮਿਲਦੇ ਰਹਾਂਗੇ। ਜੇ ਤੁਸੀਂ ਸਮਝਦੇ ਹੋ ਕਿ ਇਸ ਵੀਡੀਓ ਨੂੰ ਕਿਸੇ ਲਾਈਕ ਮਾਈਂਡਡ ਗਰੁੱਪ ਦੇ ਵਿੱਚ ਸ਼ੇਅਰ ਕਰਨ ਦੀ ਜ਼ਰੂਰਤ ਹੈ, ਜ਼ਰੂਰ ਕਰੋ, ਲਾਈਕ ਕਰੋ। ਤੁਹਾਡੇ ਨਾਲ ਆਪਾਂ ਵਿਚਾਰ ਸਾਂਝੇ ਕਰਦੇ ਰਹਾਂਗੇ। ਕਮੈਂਟ ਹੋਣ ਉਹ ਜ਼ਰੂਰ ਦਿਓ, ਫੀਡਬੈਕ ਇਜ਼ ਵੈਰੀ ਇੰਪੋਰਟੈਂਟ। ਔਰ ਇੱਕ ਵਾਰੀ ਫੇਰ ਜੈ ਜਵਾਨ, ਜੈ ਕਿਸਾਨ, ਜੈ ਹਿੰਦ।